ਤੋਂ, ਉਹਨਾਂ ਦੀਆਂ ਸਿੱਖਿਆਵਾਂ ਤੋਂ, ਉਹਨਾਂ ਦੇ ਪਰਉਪਕਾਰਾਂ ਤੋਂ ਜਾਣੂ ਹੋਣ ਦਾ ਯਤਨ ਕਰੀਏ। ਅਸੀਂ ਖੁਦਕਿਸਮਤ ਲੋਕ ਹਾਂ। ਸਾਡਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਬਾਕੀਆਂ ਨਾਲੋਂ ਨੇੜੇ ਦਾ ਰਿਸ਼ਤਾ ਹੈ। ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਗੁਰੂ ਕਹਿ ਕੇ ਸੰਬੋਧਨ ਕਰਦੇ ਹਾਂ, ਸਿੱਖਾਂ ਦੇ ਗੁਰੂ ਕਹਿ ਕੇ ਸੰਬੋਧਨ ਕਰਦੇ ਹਾਂ, ਸਾਡੇ ਗੁਰੂ ਕਹਿ ਕੇ ਸੰਬੋਧਨ ਕਰਦੇ ਹਾਂ। ਹਾਲਾਂਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਤੁਸੀਂ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋਗੇ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਭਾਵੇਂ ਕਿ ਕਿਸੇ ਇੱਕ ਫਿਰਕੇ ਦੇ, ਕਿਸੇ ਇੱਕ ਖਿੱਤੇ ਦੇ, ਕਿਸੇ ਇੱਕ ਮਜ਼ਹਬ ਦੇ ਗੁਰੂ ਨਹੀਂ ਹਨ। ਉਹਨਾਂ ਨੂੰ ਜਿਸ ਕਿਸੇ ਨੇ ਵੀ ਲਿਖਿਆ ਜਾਂ ਜਿਸ ਕਿਸੇ ਨੇ ਵੀ ਉਹਨਾਂ ਬਾਰੇ ਬੋਲਿਆ ਜਾਂ ਜਿਸ ਕਿਸੇ ਨੇ ਵੀ ਉਹਨਾਂ ਬਾਰੇ ਕੋਈ ਵਿਚਾਰ ਦਿੱਤੇ ਨੇ ਤੇ ਉਹਨਾਂ ਨੂੰ ਜਗਤ ਗੁਰੂ ਕਹਿ ਕੇ ਸੰਬੋਧਨ ਕੀਤਾ ਹੈ। ਸਾਰੇ ਜਗਤ ਦੇ ਉਹ ਗੁਰੂ ਹਨ। ਪਰ ਸਾਨੂੰ ਮਾਣ ਇਸ ਗੱਲ ਦਾ ਹੈ ਕਿ ਅਸੀਂ ਗੁਰੂ ਨਾਨਕ ਦੇ ਧੀਆਂ ਪੁੱਤਰ ਹੋਣ ਦਾ, ਗੁਰੂ ਨਾਨਕ ਦੇ ਧੀਆਂ ਪੁੱਤਰ ਅਖਵਾਉਣ ਦਾ ਮਾਣ ਖੱਟਦੇ ਹਾਂ। ਪਰ ਬਹੁਤੀ ਵਾਰ ਅਸੀਂ ਸਿਰਫ ਅਖਵਾਉਣੇ ਹੀ ਆ ਧੀਆਂ ਪੁੱਤ, ਕਹਿੰਦੇ ਹੀ ਆ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਧੀਆਂ ਪੁੱਤ ਹਾਂ। ਪਰ ਜੋ ਗੁਰੂ ਸਾਹਿਬ ਜੀ ਦਾ ਮਾਰਗ ਹੈ, ਜਿਸ ਰਾਹ ਤੇ ਸੱਚੇ ਪਾਤਸ਼ਾਹ ਜੀ ਨੇ ਮਨੁੱਖਤਾ ਨੂੰ ਪਾਉਣ ਦਾ ਯਤਨ ਕੀਤਾ ਹੈ, ਅਸੀਂ ਉਸ ਰਾਹ ਤੇ ਪੈਣ ਦੀ ਕੋਸ਼ਿਸ਼ ਬਹੁਤ ਘੱਟ ਕਰਦੇ ਹਾਂ। ਅਸੀਂ ਇਸ ਮਾਣ ਵਿੱਚ ਹੀ ਰਹਿੰਦੇ ਹਾਂ ਵੀ ਸਾਡੇ ਨੇ ਬਸ ਠੀਕ ਹੈ, ਕਹਿ ਲਿਆ, ਬਹੁਤ ਵੱਡੀ ਗੱਲ ਹੈ। ਨਹੀਂ ਗੁਰੂ ਕੇ ਪਿਆਰਿਓ, ਜਾਂ ਸਾਡਾ ਇੱਕ ਰੂਟੀਨ ਹੈ, ਸਾਡਾ ਇੱਕ ਰਿਵਾਜ ਹੈ, ਇੱਕ ਰੀਤ ਬਣ ਗਈ ਹੈ, ਅਸੀਂ ਉਹਨਾਂ ਰੀਤਾਂ ਨੂੰ ਨਿਭਾ ਲੈਂਦੇ ਹਾਂ। ਗੁਰੂ ਨਾਨਕ ਸਾਹਿਬ ਜੀ ਨੂੰ ਜਾਣਨ ਦਾ ਯਤਨ ਬਹੁਤ ਘੱਟ ਕਰਦੇ। ਸੋ ਆਓ ਗੁਰੂ ਦਰਬਾਰ ਵਿੱਚ ਹਾਜ਼ਰ ਹੋਈਏ, ਜਿੱਥੇ ਆਪ ਜੀਆਂ ਨੇ ਸਤਿਗੁਰਾਂ ਦੀ ਬਾਣੀ ਨਾਲ ਸਾਂਝ ਪਾਈ ਹੈ। ਸਤਿਗੁਰਾਂ ਦੇ ਪਾਵਨ ਸਰੂਪ ਅਖੰਡ ਪਾਠ ਦੇ ਰੂਪ ਵਿੱਚ ਬਾਣੀ ਸ਼ਰਵਣ ਕਰ ਰਹੇ ਸੀ, ਤਿਨਾਂ ਦੀ ਸਮਾਪਤੀ ਹੋਈ ਹੈ। ਕੁਝ ਘੜੀਆਂ ਆਪਾਂ ਰਲ ਮਿਲ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਬਾਤਾਂ ਪਾਉਣੀਆਂ ਹਨ। ਉਸ ਤੋਂ ਬਾਅਦ ਆਪਾਂ ਸਾਰੇ ਗੁਰੂ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ, ਸਮਾਪਤੀ ਵਾਲੇ ਬੰਨੇ ਵਧਾਂਗੇ। ਬੇਨਤੀ ਨੂੰ ਪ੍ਰਵਾਨ ਕਰੋ, ਆਓ ਗੁਰੂ ਦਰਬਾਰ ਵਿੱਚ ਹਾਜ਼ਰ ਹੋਈਏ। ਰਲ ਮਿਲ ਕੇ ਬੱਚਿਆਂ ਨੂੰ ਵੀ ਕੋਸ਼ਿਸ਼ ਕਰੋ ਗੁਰੂ ਦਰਬਾਰ ਵਿੱਚ ਬਿਠਾਉਣ ਦੀ। ਸਾਡਾ ਘੱਟ ਸੰਬੰਧ ਹੈ ਵਿਚਾਰ ਨਾਲ। ਜਿਹੜੇ ਤੁਹਾਡੇ ਚੋਂ ਵੀਰ ਪੜ੍ਹਾਈ ਨਾਲ ਸੰਬੰਧ ਰੱਖਦੇ ਹਨ, ਭਾਵੇਂ ਉਹ ਆਪ ਪੜ੍ਹੇ ਹਨ ਜਾਂ ਪੜ੍ਹਾਉਂਦੇ ਹਨ, ਉਹਨਾਂ ਨੂੰ ਪਤਾ ਹੋਣਾ ਹੈ ਜਿਹੜੀ ਕਲਾਸ ਹੁੰਦੀ ਹੈ ਉਹਦੇ ਵਿੱਚ ਜਿੰਨਾ ਚਿਰ ਵਿਦਿਆਰਥੀ ਬੈਠਣ ਨਾ ਉਹਨਾਂ ਚਿਰ ਤੱਕ ਪੜ੍ਹਾਉਣ ਵਾਲਾ ਪੜ੍ਹਾ ਨਹੀਂ ਸਕਦਾ। ਉਹਦੀ ਮਜਬੂਰੀ ਹੈ। ਹਾਂ, ਇਹ ਠੀਕ ਹੈ ਕਿ ਜੇ ਅਸੀਂ ਕੋਈ ਟਾਈਮ ਹੀ ਨਿਰਧਾਰਿਤ ਕਰ ਲਈਏ ਤੇ ਉਹਦੀ ਇੱਕ ਡਿਊਟੀ ਬਣ ਜਾਂਦੀ, ਉਹ ਆਪਣਾ ਟਾਈਮ ਤਾਂ ਨਿਭਾ ਜਾਏਗਾ, ਪੂਰਾ ਕਰ ਜਾਏਗਾ। ਪਰ ਜੇ ਅਸੀਂ ਕੁਝ ਸਮਝਣਾ ਹੈ ਤਾਂ ਵਿਦਿਆਰਥੀਆਂ ਦੀ ਹਾਜ਼ਰੀ ਬਹੁਤ ਜ਼ਰੂਰੀ ਹੁੰਦੀ ਹੈ, ਤਾਂ ਕਿ ਅਸੀਂ ਰਲ ਮਿਲ ਕੇ ਗੁਰੂ ਨਾਨਕ ਸਾਹਿਬ ਜੀ ਦੀ ਕੋਈ ਬਾਤ ਸਾਂਝੀ ਕਰ ਸਕੀਏ। ਸੋ ਆਓ ਗੁਰੂ ਦਰਬਾਰ ਵਿੱਚ ਸਜੀਏ। ਬੱਚਿਆਂ ਦੀ ਆਵਾਜ਼ ਅੰਦਰ ਤੱਕ ਆ ਰਹੀ ਹੈ। ਬੇਨਤੀ ਹੈ ਮੇਰੀ, ਕੋਸ਼ਿਸ਼ ਕਰੋ ਬਾਹਰ ਜਿਹੜੇ ਸੇਵਾਦਾਰ ਵੀ ਨੇ ਵੀ ਬੱਚਿਆਂ ਨੂੰ ਅਸੀਂ ਜੇ ਦਰਬਾਰ 'ਚ ਬਿਠਾਈਏ ਤੇ ਵਧੀਆ ਗੱਲ ਹੋਏਗੀ। ਜੇ ਨਹੀਂ ਵੀ ਦਰਬਾਰ ਵਿੱਚ ਬੈਠਣਾ ਤਾਂ ਘੱਟੋ ਘੱਟ ਅੱਜ ਦਾ ਦਿਨ ਕੁਝ ਸਮੇਂ ਲਈ ਅਸੀਂ ਆਪਣੇ ਸ਼ੋਰ ਸ਼ਰਾਬੇ ਤੋਂ ਜ਼ਰੂਰ ਗੁਰੇਜ਼ ਕਰੀਏ। ਛੋਟੇ ਛੋਟੇ ਬੱਚੇ ਗੁਰੂ ਦਰਬਾਰ ਵਿੱਚ ਵੀ ਬੈਠੇ ਨੇ ਔਰ ਬੜੇ ਅਦਬ ਸਤਿਕਾਰ ਨਾਲ ਇਹ ਪਿਆਰੇ ਬੱਚੇ ਗੁਰੂ ਦੀ ਗੋਦ ਵਿੱਚ ਸਜੇ ਬੈਠੇ ਆ। ਤੇ ਜੇ ਇਹ ਬੱਚੇ ਤਾਂ ਗੁਰੂ ਦਰਬਾਰ ਵਿੱਚ ਬੈਠ ਸਕਦੇ ਨੇ ਤੇ ਬਾਕੀ ਬੱਚਿਆਂ ਨੂੰ ਵੀ ਪ੍ਰੇਰ ਕੇ ਅਸੀਂ ਬਿਠਾਈਏ। ਜੇ ਨਹੀਂ ਵੀ ਬਹਿਣਾ ਤਾਂ ਵੀ ਘੱਟੋ ਘੱਟ ਅਸੀਂ ਸ਼ੋਰ ਸ਼ਰਾਬੇ ਤੋਂ ਕੰਟਰੋਲ ਕਰਕੇ ਰੱਖੀਏ, ਤਾਂ ਕਿ ਅਸੀਂ ਗੁਰੂ ਸਾਹਿਬ ਜੀ ਦੀ ਕੋਈ ਬਾਤ ਸਾਂਝੀ ਕਰ ਸਕੀਏ। ਆਓ ਬਾਣੀ ਨਾਲ ਜੁੜਦੇ ਹਾਂ, ਉਪਰੰਤ ਵਿਚਾਰ ਵਾਲੇ ਬੰਨੇ ਵਧਾਂਗੇ। ਧਿਆਨ ਨਾਲ ਬਾਣੀ ਦੇ ਇੱਕ ਇੱਕ ਸ਼ਬਦ ਨੂੰ ਸੁਣਿਆ ਕਰੋ। ਬੇਨਤੀ ਹੈ ਮੇਰੀ, ਇੱਕ ਇੱਕ ਚੀਜ਼ ਬੜੇ ਧਿਆਨ ਨਾਲ ਸੁਣਿਆ ਕਰੋ। ਅਸੀਂ ਸੁਣਿਆ ਨਹੀਂ ਅੱਜ ਤੱਕ। ਪਤਾ ਨਹੀਂ ਕਿੰਨੀ ਵਾਰ ਅਖੰਡ ਪਾਠ ਹੁੰਦੇ ਨੇ ਤੇ ਸਾਨੂੰ ਦੋ ਗੱਲਾਂ ਯਾਦ ਰਹਿੰਦੀਆਂ ਨੇ ਵੀ ਆਰੰਭ ਕਰਨਾ ਹੈ ਤੇ ਭੋਗ ਪਾਉਣਾ। ਪੜ੍ਹਨਾ ਕੀ ਹੈ ਤੇ ਪੜ੍ਹਿਆ ਕੀ ਜਾਣਾ ਹੈ, ਸਾਡੇ ਮੋਏ ਜਾਣਨ, ਸਾਨੂੰ ਨਹੀਂ ਫਰਕ ਪੈਂਦਾ ਇਹਦੇ ਨਾਲ। ਅਸੀਂ ਪਾਠੀ ਸਿੰਘਾਂ ਨੂੰ ਇਹੋ ਹੀ ਕਹਿੰਦੇ ਹਾਂ ਵੀ ਇੰਨੇ ਵਜੇ ਆਰੰਭ ਕਰਨਾ ਹੈ ਤੇ ਇੰਨੇ ਵਜੇ ਭੋਗ ਪਾ ਦੇਣਾ। ਬਸ
ਸਾਨੂੰ ਨਹੀਂ ਪਤਾ ਤੁਸੀਂ ਕੀ ਕਰਨਾ ਹੈ, ਭੋਗ ਇੰਨੇ ਵਜੇ ਪੈ ਜਾਣਾ ਚਾਹੀਦਾ। ਸੁਣਨ ਸੁਣਾਉਣ ਵਾਲੇ ਬੰਨੇ ਸਾਡਾ ਭੋਰਾ ਵੀ ਧਿਆਨ ਨਹੀਂ ਹੈ। ਸ਼ਾਇਦ ਇਹੀ ਕਾਰਨ ਹੈ ਵੀ ਅੱਜ ਪੰਜਾਬ ਗੁਰਾਂ ਦਾ ਜ਼ਰੂਰ ਹੈ, ਪਰ ਗੁਰਾਂ ਵਾਲੀ ਗੱਲ ਪੰਜਾਬ 'ਚ ਦਿਸਦੀ ਨਹੀਂ ਹੈ। ਬਹੁਤ ਕੁਝ ਬਦਲਿਆ ਬਦਲਿਆ ਦਿਸਦਾ ਹੈ, ਬਹੁਤ ਕੁਝ ਚੇਂਜ ਜਿਹਾ ਦਿਸਦਾ ਹੈ। ਮੈਂ ਅਕਸਰ ਇੱਕ ਬੇਨਤੀ ਕਰਦਾ ਹੁੰਦਾ ਵੀ ਕਦੀ ਵਕਤ ਸੀ ਸਾਡੇ ਗੁਰਦੁਆਰੇ ਛੋਟੇ ਤੇ ਕੱਚੇ ਹੁੰਦੇ ਸਨ। ਛੋਟੇ ਛੋਟੇ ਗੁਰਦੁਆਰੇ ਹੁੰਦੇ ਸਨ, ਬਜ਼ੁਰਗਾਂ ਨੇ ਤੁਹਾਡੇ ਚੋਂ ਬਹੁਤਿਆਂ ਨੇ ਵੇਖੇ ਹੋਣੇ ਆ, ਤੇ ਕੱਚੇ ਜਿਹੇ ਹੁੰਦੇ ਸਨ। ਕੋਈ ਲਾਈਟ ਦਾ, ਕੋਈ ਪੱਖਿਆਂ ਦਾ ਬਹੁਤਾ ਪ੍ਰਬੰਧ ਗੁਰਦੁਆਰਿਆਂ 'ਚ ਨਹੀਂ ਸੀ ਹੁੰਦਾ, ਪਰ ਸਾਰੇ ਪਿੰਡ ਦੇ ਲੋਕ ਬੜੇ ਪੱਕੇ ਹੁੰਦੇ ਸਨ। ਗੁਰਦੁਆਰੇ ਛੋਟੇ ਔਰ ਕੱਚੇ, ਸਿੱਖਾਂ ਦੇ ਹਿਰਦੇ ਵੱਡੇ ਤੇ ਸਿੱਖ ਪੱਕੇ ਹੁੰਦੇ ਸਨ। ਅੱਜ ਗੁਰਦੁਆਰੇ ਵੱਡੇ ਵੱਡੇ ਨੇ, ਪਰ ਗੁਰਦੁਆਰਿਆਂ 'ਚ ਕੋਈ ਬਹਿਣ ਲਈ ਰਾਜ਼ੀ ਨਹੀਂ ਹੈ। ਸਿੱਖ ਦਾ ਕਿਰਦਾਰ, ਮਨੁੱਖ ਦਾ ਕਿਰਦਾਰ ਕੱਚਾ ਹੋ ਗਿਆ। ਹੁਣ ਇਹ ਤੇ ਨਹੀਂ ਹੈ ਬਾਣੀ 'ਚ ਫਰਕ ਪਿਆ। ਬਾਣੀ ਤੇ ਅੱਜ ਤੋਂ ਜਦੋਂ ਕੱਚੇ ਗੁਰਦੁਆਰੇ ਸਨ, ਨਿੱਕੇ ਨਿੱਕੇ ਗੁਰਦੁਆਰੇ ਸਨ, ਗੁਰੂ ਗ੍ਰੰਥ ਸਾਹਿਬ ਉਦੋਂ ਵੀ ਇਹੀ ਸੀ। ਮਹਾਰਾਜ ਤੇ ਕੋਈ ਫਰਕ ਨਹੀਂ ਪਿਆ, ਇਦਾਂ ਦੀ ਬਾਣੀ ਸੀ ਔਰ ਇਹੋ ਹੀ ਗੁਰੂ ਸੀ। ਜਿਹੜਾ ਫਰਕ ਪਿਆ ਨਾ ਉਹਨੂੰ ਧਿਆਨ ਨਾਲ ਸਮਝੋ। ਮਾਡਰਨਿਟੀ ਹੈ ਨਾ, ਜਿਹੜੀ ਮਾਡਰਨ ਪੁਣਾ ਹੈ ਜਿਹੜਾ, ਇਹ ਠੀਕ ਹੈ। ਕੁਝ ਚੀਜ਼ਾਂ 'ਚ ਤਬਦੀਲੀ ਆਉਣੀ ਹੁੰਦੀ ਹੈ ਸਮੇਂ ਨਾਲ, ਜ਼ਰੂਰੀ ਹੈ। ਜੇ ਨਾ ਵੀ ਆਵੇ ਤਬਦੀਲੀ ਤਾਂ ਉਹ ਤਬਦੀਲੀਆਂ ਲਿਆਉਣੀਆਂ ਪੈਂਦੀਆਂ ਨੇ, ਜ਼ਰੂਰੀ ਹੁੰਦੀ ਹੈ ਉਹ ਚੀਜ਼ਾਂ। ਜੇ ਨਹੀਂ ਤਬਦੀਲੀ ਆਏਗੀ ਤਾਂ ਅਸੀਂ ਸਮਾਜ ਦੇ ਹਾਣੀ ਨਹੀਂ ਹੋਵਾਂਗੇ। ਕੁਝ ਤਬਦੀਲੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ, ਪਰ ਤਬਦੀਲੀਆਂ ਦਾ ਮਤਲਬ ਇਹ ਨਹੀਂ ਹੁੰਦਾ ਵੀ ਅਸੀਂ ਮਨੁੱਖਤਾ ਤੋਂ ਹੀ ਡਿੱਗਦੇ ਜਾਈਏ। ਅਸੀਂ ਸਾਡੇ ਅੰਦਰ, ਸਾਡੇ ਕਿਰਦਾਰ ਦੇ ਅੰਦਰ ਮੁਸ਼ਕਲ ਆ ਜਾਏ, ਸਾਡੇ ਸੁਭਾਅ ਬਦਲ ਜਾਣ, ਸਾਡੀਆਂ ਆਦਤਾਂ ਬਦਲ ਜਾਣ, ਸਾਡਾ ਨੇਚਰ ਬਦਲ ਜਾਏ, ਇਹ ਨਹੀਂ ਹੋਣਾ ਚਾਹੀਦਾ। ਬਦਲਾਅ ਵਿੱਚ ਨੇਚਰ ਨਹੀਂ ਚੇਂਜ ਹੋਣੇ ਚਾਹੀਦੇ। ਜੇ ਸਿੱਖ ਦਾ ਸੁਭਾਅ ਹੀ ਬਦਲ ਗਿਆ ਫਿਰ ਸਿੱਖ ਕੀ ਰਹਿ ਜਾਣਾ? ਸੁਭਾਅ ਕਰਕੇ ਹੀ ਸਿੱਖ ਆ ਨਾ ਅਸੀਂ, ਚਮੜੀ ਕਰਕੇ, ਕੱਪੜਿਆਂ ਕਰਕੇ, ਕੋਈ ਵਰਦੀ ਕਰਕੇ ਸਿੱਖ ਥੋੜੀ ਹੁੰਦਾ। ਚਮੜੀਆਂ ਤੇ ਸਾਰਿਆਂ ਦੀਆਂ ਇੱਕੋ ਜਿਹੀਆਂ ਨੇ, ਖੂਨ ਸਾਰਿਆਂ ਦੇ ਅੰਦਰ ਇੱਕੋ ਤਰ੍ਹਾਂ ਹੀ ਸਰਕਲ ਕਰਦਾ। ਸਿੱਖ ਹੈ ਸੁਭਾਅ, ਤੇ ਜੇ ਸੁਭਾਅ ਹੀ ਬਦਲ ਗਿਆ ਫਿਰ ਅਸੀਂ ਸਿੱਖ ਨਹੀਂ ਰਹਿਣਾ। ਤੇ ਜੇ ਸਾਡਾ ਸੁਭਾਅ ਗੁਰੂ ਵਾਲਾ ਨਾ ਰਿਹਾ ਤੇ ਅਸੀਂ ਇਹ ਵੀ ਦੁਨੀਆ ਨੂੰ ਨਹੀਂ ਦੱਸ ਸਕਦੇ ਵੀ ਸਾਡੇ ਗੁਰੂ ਦਾ ਸੁਭਾਅ ਕਿਦਾਂ ਦਾ ਸੀ। ਹੁਣ ਕੋਈ ਬੱਚਾ ਦਾਅਵਾ ਕਰੇ ਵੀ ਮੇਰੇ ਪਿਤਾ ਜੀ ਦਾ ਸੁਭਾਅ ਏਦਾਂ ਦਾ ਸੀ, ਤੇ ਉਹ ਦੱਸਣ ਨਾਲ ਨਹੀਂ ਫਰਕ ਪੈਣਾ। ਬੱਚੇ ਦੇ ਸੁਭਾਅ ਤੋਂ ਹੀ ਅੰਦਾਜ਼ਾ ਲੱਗ ਜਾਂਦਾ ਵੀ ਇਹਨਾਂ ਦੇ ਪਿਤਾ ਦਾ ਸੁਭਾਅ ਕਿਦਾਂ ਦਾ ਹੋਏਗਾ। ਉਹਦੀਆਂ ਆਦਤਾਂ, ਉਹਦਾ ਰਹਿਣ ਸਹਿਣ, ਅਗਲੇ ਤਾਂ ਅੰਦਾਜ਼ਾ ਲਾ ਲੈਂਦੇ ਨੇ ਵੀ ਇਹਨਾਂ ਦਾ ਟੱਬਰ, ਇਹਨਾਂ ਦਾ ਖਾਨਦਾਨ, ਇਹਨਾਂ ਦੀ ਬਿਰਾਦਰੀ, ਇਹਨਾਂ ਦਾ ਭਾਈਚਾਰਾ ਪਹਿਲਾਂ ਤੋਂ ਹੀ ਇਦਾਂ ਦਾ। ਤੁਸੀਂ ਵੇਖੋ ਆਮ ਪਿੰਡਾਂ 'ਚ ਅਸੀਂ ਕਈ ਵਾਰ ਗੱਲ ਕਰਦੇ ਹਾਂ ਕਿਸੇ ਬਾਰੇ, ਇਹਨਾਂ ਦਾ ਟੱਬਰ ਪਹਿਲੇ ਦਿਨ ਤੋਂ ਐ ਹੀ ਹੈ, ਭਾਵੇਂ ਉਹ ਚੰਗਾ ਹੋਵੇ ਤੇ ਭਾਵੇਂ ਉਹ ਮਾੜਾ ਹੋਵੇ। ਇਹ ਨਹੀਂ ਮੈਂ ਬੇਨਤੀ ਕਰ ਰਿਹਾ, ਮੈਂ ਇੰਨਾ ਕਹਿ ਰਿਹਾ ਵੀ ਅਸੀਂ ਅੰਦਾਜ਼ਾ ਲਾ ਲੈਂਦੇ ਹਾਂ ਕਈ ਵਾਰ। ਸੋ ਸਾਡੇ ਰਹਿਣ ਸਹਿਣ ਤੋਂ, ਸਾਡੀ ਬੋਲ ਬਾਣੀ ਤੋਂ, ਸਾਡੇ ਵਿਹਾਰ ਤੋਂ, ਸਾਡੇ ਕੰਮਾਂ ਕਾਜਾਂ ਤੋਂ ਲੋਕਾਂ ਨੇ ਗੁਰੂ ਦਾ ਅੰਦਾਜ਼ਾ ਲਾਉਣਾ। ਤੁਸੀਂ ਉੱਚੇ ਨਿਸ਼ਾਨ ਸਾਹਿਬ ਬਣਾ ਕੇ ਨਹੀਂ ਦੱਸ ਸਕਦੇ ਵੀ ਸਾਡੇ ਗੁਰੂ ਬਹੁਤ ਮਹਾਨ ਸਨ। ਸਾਨੂੰ ਆਪਣੇ ਕਿਰਦਾਰ ਉੱਚੇ ਚੁੱਕਣੇ ਪੈਣੇ, ਸੁਭਾਅ ਬਦਲਣਾ ਪੈਣਾ, ਸਾਂਝੀਵਾਲਤਾ ਦੇ ਉਸ ਕਨਸੈਪਟ ਤੇ ਕੰਮ ਕਰਨਾ ਪੈਣਾ। ਉਹਦੇ ਲਈ ਸੁਣਨਾ ਪਏਗਾ। ਸੁਣਨ ਦਾ ਸਾਡਾ ਸੁਭਾਅ ਨਹੀਂ ਹੈ। ਅਸੀਂ ਪੜ੍ਹਦੇ ਆ, ਪੜ੍ਹਾਉਂਦੇ ਆ, ਅਸੀਂ ਸੁਣਦੇ ਨਹੀਂ ਆ। ਪੜ੍ਹਨ ਵਾਲਾ ਵੀ ਨਹੀਂ ਸੁਣਦਾ, ਪੜ੍ਹਨ ਵਾਲਾ ਵੀ ਨਹੀਂ ਸੁਣਦਾ। ਪੜ੍ਹਨਾ ਹੋਰ ਗੱਲ ਹੈ, ਸੁਣਨਾ ਹੋਰ ਗੱਲ ਹੈ। ਅਸੀਂ ਕਹਿੰਦੇ ਆ ਮੈਂ ਪਾਠ ਕੀਤਾ ਹੈ, ਕੀਤਾ ਹੋਣਾ, ਪਰ ਸੁਣਿਆ ਤੇ ਨਹੀਂ ਹੈ ਨਾ। ਕਰ ਲੈਣਾ ਹੋਰ ਗੱਲ ਹੈ, ਬੜੀ ਦੁਨੀਆ ਪਾਠ ਕਰਦੀ ਹੈ, ਪਰ ਪਾਠ ਕਰਨ ਨਾਲ ਸੁਣਨਾ ਪੈਂਦਾ ਹੈ। ਜਿਹੜਾ ਸੁਣ ਨਹੀਂ ਰਿਹਾ ਉਹਦਾ ਕੀਤਾ ਕਿਸੇ ਥਾਂ ਨਹੀਂ ਪੈਂਦਾ। ਮੈਂ ਆਪਣੇ ਕੋਲੋਂ ਇੱਕ ਵੀ ਸ਼ਬਦ ਨਹੀਂ ਕਵਾਂਗਾ। ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹੋ, ਬਾਬਾ ਕਹਿੰਦਾ ਤੇਰੇ ਸੁਣਨ ਨੂੰ ਕਰਾਂ ਕੀ ਜੇ ਤੂੰ ਮੰਨਦਾ ਹੀ ਨਹੀਂ। ਜਪਜੀ ਸਾਹਿਬ 'ਚ 4 ਪੌੜੀਆਂ ਸੁਣੇ ਵਾਲੀਆਂ, ਤੇ ਨਾਲ 4 ਪੌੜੀਆਂ ਅਗਲੇ ਬੰਨੇ ਕਿਹੜੀਆਂ ਨੇ ਭਲਾ?
ਮੰਨੇ ਵਾਲੀਆਂ। ਤੇ ਜੇ ਸੁਣ ਕੇ ਮੰਨਿਆ ਨਹੀਂ ਤੇ ਮਹਾਰਾਜ ਕਹਿੰਦੇ ਤੇਰਾ ਨਾ ਸੁਣਨ ਦਾ ਫਾਇਦਾ ਨਾ ਤੇਰਾ ਪੜ੍ਹਨ ਦਾ ਫਾਇਦਾ। ਸੁਣਿਆ ਵੀ ਨਹੀਂ ਤੇ ਮੰਨਿਆ ਵੀ ਨਹੀਂ। ਸੋ ਆਓ ਯਤਨ ਕਰਿਆ ਕਰੀਏ, ਗੌਰ ਕਰੋ। ਬਹੁਤ ਕੀਮਤੀ ਗ੍ਰੰਥ ਹੈ ਸਾਡੇ ਕੋਲ। ਸਿੱਖਾ ਤੈਨੂੰ ਤੇ ਪਤਾ ਹੀ ਨਹੀਂ ਤੂੰ ਕਿਹਨੂੰ ਮੱਥਾ ਟੇਕਦਾ। ਤੈਨੂੰ ਐ ਲੱਗਦਾ ਵੀ ਮਹਾਰਾਜ ਕੋਈ ਗ੍ਰੰਥ ਦੇ ਗਏ ਸਨ, ਕਦੀ ਕਦੀ ਮੱਥਾ। ਤੂੰ ਨਹੀਂ ਜਾਣਦਾ ਤੂੰ ਕਿਹਨੂੰ ਮੱਥਾ ਟੇਕਦਾ, ਤੈਨੂੰ ਕੀਮਤ ਹੀ ਨਹੀਂ ਪਤਾ ਹੈ। ਤੂੰ ਜੌਹਰੀ ਨਹੀਂ ਰਿਹਾ ਇਹਦਾ, ਤੇਰੇ ਤੇ ਜੌਹਰ ਵਾਲੀ ਉਹ ਕਲਾ ਹੀ ਨਹੀਂ ਹੈ। ਆਓ ਜੌਹਰੀ ਬਣੀਏ, ਪਛਾਣੀਏ ਇਸ ਹੀਰੇ ਨੂੰ, ਕਦਰ ਕਰੀਏ ਇਸ ਹੀਰੇ ਦੀ, ਤੇ ਇਹਦੀ ਕਦਰ ਨਾਲ ਹੀ ਸਾਡੀ ਕਦਰ ਹੋਣੀ ਹੈ। ਚੇਤੇ ਰੱਖਿਓ, ਗੁਰੂ ਗ੍ਰੰਥ ਸਾਹਿਬ ਦੀ ਕਦਰ ਕਰਨ ਵਾਲੇ ਹੀ ਆਪਣੀ ਕਦਰ ਪਵਾ ਸਕਦੇ ਆ। ਜੇ ਅਸੀਂ ਗੁਰੂ ਦੀ ਕਦਰ ਨਹੀਂ ਕਰਾਂਗੇ ਤੇ ਸਾਡੀ ਵੀ ਕਦਰ ਨਹੀਂ ਪੈਣੀ। ਕਿਉਂ ਨਹੀਂ ਪੈ ਰਹੀ ਕਦਰ? ਕਦੀ ਕਦਰ ਸੀ ਤੁਹਾਡੀ, ਅੱਜ ਕਿਉਂ ਨਹੀਂ ਪੈਂਦੀ ਕਦਰ ਭਲਾ? ਕਿਉਂਕਿ ਅਸੀਂ ਗੁਰੂ ਦੀ ਕਦਰ ਕਰਨੋਂ ਹਟ ਗਏ। ਅਸੀਂ ਗੁਰੂ ਨੂੰ ਆਪਣੇ ਹਿਸਾਬ ਨਾਲ ਢਾਲ ਲਿਆ। ਗੁਰੂ ਮਿਹਰ ਕਰੇ ਸਾਨੂੰ ਇਹ ਗੱਲਾਂ ਸਮਝ ਵਿੱਚ ਆਉਣ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਹੀਂ ਹੋ। ਗੁਰੂ ਬਿਨਾ ਮੈਂ ਨਹੀਂ ਹੋਰ, ਗੁਰੂ ਜਿਨਾ ਕਾ ਅੰਧਲਾ। ਇਹ ਵੀ ਹੈਗਾ, ਅੰਨੇ ਗੁਰੂ ਵੀ ਬਹੁਤ ਨੇ ਇੱਥੇ। ਵੈਸੇ ਗੁਰੂ ਅੰਨਾ ਨਹੀਂ ਚਾਹੀਦਾ, ਸਾਰਾ ਕੁਝ ਅੰਨਾ ਚੱਲ ਸਕਦਾ, ਪਰ ਜੇ ਗੁਰੂ ਅੰਨਾ ਹੋ ਜਾਏ ਨਾ ਸੇਵਕਾਂ ਦਾ ਕੀ ਬਣੇਗਾ? ਐਵੇਂ ਥੋੜੀ ਭਾਈ ਗੁਰਦਾਸ ਜੀ ਨੇ ਲਿਖਿਆ ਸੀ, ਬਾਜ ਗੁਰੂ ਡੁੱਬਾ ਜਗ ਸਾਰਾ। ਗੁਰੂ ਤੋਂ ਬਿਨਾਂ ਸਾਰਾ ਜਗ ਡੁੱਬ ਰਿਹਾ। ਇਹਦਾ ਮਤਲਬ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਗੁਰੂ ਨਹੀਂ ਸਨ, ਇੱਥੇ ਬੜੇ ਸਨ। ਗੁਰੂ ਤੇ ਬਹੁਤ ਸਨ, ਅੱਜ ਕਿਤੇ ਗੁਰੂ ਨਹੀਂ ਇੱਥੇ। ਚੱਪੇ ਚੱਪੇ ਤੇ ਗੁਰੂ ਹੈ। ਕਈ ਗੁਰੂਆਂ ਦੇ ਤੇ ਕੇਸ ਚੱਲ ਰਹੇ ਨੇ, ਅਦਾਲਤਾਂ 'ਚ ਪੇਸ਼ੀਆਂ ਭੁਗਤ ਰਹੇ ਨੇ, ਕਈ ਗੁਰੂ ਜੇਲ੍ਹਾਂ 'ਚ ਬੈਠੇ ਨੇ। ਗੁਰੂਆਂ ਦੀ ਭਰਮਾਰ ਹੈ। ਪਰ ਕਿਹੜਾ ਗੁਰੂ ਜਿਹੜਾ ਸਭ ਤੋਂ ਵੱਡਾ ਹੈ ਉਹਦੇ ਨਾਲ ਜੁੜ ਕੇ ਰਹਿਣਾ ਸੀ। ਤੇ ਇੱਕ ਗੁਰੂ ਤੋਂ ਬਾਣੀ ਨੇ ਬਚਣ ਦੀ ਗੱਲ ਕੀਤੀ ਹੈ। ਗੁਰੂ ਜਿਨ੍ਹਾਂ ਕਾ ਅੰਧਲਾ, ਸਿੱਖ ਵੀ ਅੰਧਲੇ ਕਰਮ ਕਰੇ ਨਾ। ਓਏ ਭਾਣੇ ਚੱਲਣ ਆਪਣੇ, ਕੀ ਕਰਦੇ ਆ? ਨਿਤ ਝੂਠੋ ਝੂਠ ਬੋਲੇ ਨਾ। ਤਾਂ ਮਹਾਰਾਜ ਨੇ ਕਿਹਾ ਸੀ, ਕਚੜਿਆਂ ਸਿਓ ਤੋੜ, ਢੂੰਡ ਸਜਣ ਸੰਤ ਪੱਕਿਆ। ਓਏ ਜਿਉਂਦੇ ਵਿਛੜੈ, ਓਏ ਮਾਇਆ ਨਾ ਜਾਹੀ ਛੋੜ। ਗੁਰੂ ਬਿਨਾ ਮੈਂ ਨਹੀਂ ਹੋਰ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਹੀਂ ਹੋਰ। ਗੁਰੂ ਕੀ ਦੱਸਦਾ? ਮਤ ਵਿੱਚ ਰਤਨ ਜਵਾਹਰ ਮਾਣਕ। ਪਰ ਸ਼ਰਤ ਲਾਤੀ ਮਹਾਰਾਜ ਨੇ, ਕਹਿੰਦੇ ਪਈ ਤੇ ਹੈ ਤੇਰੀ ਮਤ ਵਿੱਚ, ਕਿਤੇ ਬਾਹਰੋਂ ਨਹੀਂ ਜਾ ਕੇ ਲੱਭਣ ਦੀ ਲੋੜ ਤੈਨੂੰ ਕੁਛ। ਤੇਰੇ ਮਤ ਵਿੱਚ ਰਤਨ ਰਤਨਾਂ ਦੀ ਮਣੀ ਪਈ ਹੈ,
पर कहते समझ कदों लगनी है। मत विच रतन जवाहर माणक, जे एक गुर की सिख सुनी। तैनू गुरु की एक सिक्ख्या मननी पैनी है। किहड़ी सिक्ख्या? गुरु बिना मैं नाही होर। गुरु बिना नहीं किसी होर दे, जो मर्जी हो जाए। फिर आप अगे जाके हौली हौली समझते हाँ। श्लोक महला पहला, जिन्हों का अज तुसी प्रकाश पुरब मना रहे हो, तिन्हों का पावन एक श्लोक आप पढ़ते हैं। श्लोक महला पहला, जे रत लगे कपड़े, जामा होए पलीत, जो रत पीवे मानसा, तेना क्यों निर्मल चीत। नानक नाम खुदाए का, दिल हछे। जे रब का नाम लेना, महाराज कहते जे रब का नाम लेना, कहते पहला दिलों साफ हो गया। हुण बंदा कपड़े साफ करके विखाउंदा भी मैं बहुत महान। धर्म की डेफिनेशन कपड़ियां ते निर्धारित करती ना। आपां किसी दे कपड़े सोहने होने वधिया लिश्क पुश्क वाले, आपां कहने किड्डा ज्ञानी है। महाराज कहते कपड़े ना वेखो, कपड़ियां दा की है, महंगी मार्केट विचों लैके पा लए होणगे, किसी नूं लुटिया, 4 पैसे वध आ गए, बाजारों जाके वधिया कपड़े खरीद के पा सकदा बंदा। पर कपड़ियां नाल कोई पवित्र थोड़ी हो जाता है। तुसी कपड़े वेख के किसी नूं महान नहीं कह सकते, ते समाज कपड़ियां नूं ही महान कह रहे। नानक नाम खुदाए का, दिल हछे मुखले, और दिवाजे दुनी के, झूठे अमल करे। सारे करे कृपा एक बार। अवर दिवाजे दुनी के, झूठे अमल करे। गज के अवर दिवाजे दुनी के, झूठे अमल। दीन दुनी दे मालक, हल्त पलत सवार देण हार सच्चे पातशाह साहिब श्री गुरु ग्रंथ साहब जी के मुकद्दस चरनां अंदर सुभाएमान गुरु प्यार वाले हो। आदर सहित सतगुरां दी बाणी नाल पिता गुरु तेग बहादुर पातशाह जी के चरनां दे पावन श्लोक पढ़ के गुरु ग्रंथ साहब जी के समाप्ति करके धन गुरु नानक साहब पातशाह जी के आगमन पुरब नूं समर्पित हुंदिआं गुरु की गोद विच बैठे हो। गुरु बाबे दीआं कथा कहानियां नाल सांझ बनाइए। इस तो पहला गुरु बख्शिश दोहराओ, एक बार प्यार नाल गज के आखो, वाहिगुरू जी का खालसा, वाहिगुरू जी की फतेह। ये पावन श्लोक माज की वार अंदर गुरु ग्रंथ साहब च 22 वारां ने, 19 रागां च गुरु नानक साहब जी की बाणी दर्ज है, ते कुछ श्लोक ने गुरु साहब जी के जिहड़े वारां विच दर्ज ने। गुरु ग्रंथ साहब च 22 वारां ने। 22 वारां दे विच एक वार तुहानूं सारिआं नूं याद है, तुसीं सारे जाणदे हो, जिहनूं असीं आसा की वार कहने आ। सवेर वेले दरबार साहब जां बहुत सारे गुरुद्वारिआं च पढ़ी जाती है। जिहड़ी वार हुंदी है उहदे विच श्लोक ते पौड़ियां दा सुमेल हुंदा है। मैं जो पावन श्लोक तुहाडे सन्मुख पढ़े, ये पिता गुरु नानक साहब पातशाह जी की मुबारक रसना तो उचारण किया होया माज की वार अंदर गुरु ग्रंथ साहब जी के पावन अंक 140 उपर सुभाएमान है। जिहड़े वीर भैणां तुहाडे चों बाणी पढ़ते हैं उन्होंने तो सौखा समझ आ गया होना। जिहड़े नहीं भी पढ़ते तुसीं बाणी पढ़न वालियां तो पुछ लोगे, जे दीदार करने चाहोगे तो पावन गुरु ग्रंथ साहब के अंदरों इस पावन श्लोक के दीदार किए जा सकते हैं। वैसे लगदी वाह बेनती कर लगा, लगदी वाह हर सिख कोशिश करया करो असी बाणी आप पढ़ीए। लगदी वाह अब बहुत रौला पैंदा ना पंजाबी भाषा का,
जे पंजाबी ना रही तो साडे कोल गुरु भी नहीं रहना। तुहाडे च पढ़े लिखे वीर भैणां जाणदे ने जिहड़ी ट्रांसलेशन हुंदी है ना, वो शब्द का मूल खत्म कर दिंदी है। ਜਦੋਂ ਕਿਸੇ ਭਾਸ਼ਾ ਵਿੱਚੋਂ ਸ਼ਬਦ ਦੂਜੀ ਭਾਸ਼ਾ ਜਾ ਕੇ ਵਰਤਿਆ ਜਾਂਦਾ ਨਾ, ਉਹਦੀ ਮੂਲ ਭਾਵਨਾ ਖਤਮ ਹੋ ਜਾਂਦੀ ਹੈ। ਜਿਹੜੀ ਫੀਲਿੰਗ ਪੁੱਤ ਵਿੱਚੋਂ ਆਉਂਦੀ ਹੈ ਨਾ, ਉਹ ਸਨ ਵਿੱਚੋਂ ਨਹੀਂ ਆਉਂਦੀ। ਜਦੋਂ ਪਿਤਾ ਆਪਣੇ ਪੁੱਤਰ ਨੂੰ ਆਵਾਜ਼ ਮਾਰਦਾ ਹੈ ਨਾ, ਪੁੱਤ, ਉਹ ਸਨ ਵਿੱਚੋਂ ਫੀਲਿੰਗ ਨਹੀਂ ਆਏਗੀ, ਹਾਲਾਂਕਿ ਅਰਥ ਉਹਦਾ ਵੀ ਪੁੱਤ ਹੀ ਹੁੰਦਾ। ਜਿਹੜੀ ਫੀਲਿੰਗ ਧੀ ਵਿੱਚੋਂ ਆਉਂਦੀ ਹੈ ਨਾ, ਤੁਸੀਂ ਆਪਣੀ ਧੀ ਨੂੰ ਆਵਾਜ਼ ਮਾਰੋ ਤੇ ਧੀ ਕੌਣ, ਧੀਏ, ਇਹ ਡਾਟਰ ਵਿੱਚੋਂ ਨਹੀਂ ਆਉਂਦੀ, ਭਾਵੇਂ ਕਿ ਅਰਥ ਡਾਟਰ ਦਾ ਵੀ ਬੇਟੀ ਹੁੰਦਾ। ਸ਼ਬਦਾਂ ਦੀ ਆਪਣੀ ਇੱਕ ਮਹਾਨਤਾ ਹੁੰਦੀ ਹੈ। ਭਾਸ਼ਾ ਕੋਈ ਚੰਗੀ ਮਾੜੀ ਦੀ ਨਹੀਂ ਮੈਂ ਗੱਲ ਕਰਦਾ, ਜਿੰਨੀਆਂ ਭਾਸ਼ਾਵਾਂ ਆਉਂਦੀਆਂ ਨੇ ਤੁਹਾਨੂੰ ਬੜੀ ਚੰਗੀ ਗੱਲ, ਹੋਰ ਆਉਣ ਸੈਂਕੜੇ ਸਿੱਖੋ, ਪਰ ਆਪਣੀ ਮੂਲ ਭਾਸ਼ਾ ਨਾਲ ਜੁੜ ਕੇ ਰਹੋ। ਆਪਣੇ ਇਲਾਕੇ ਦੀ ਸਭਿਅਤਾ ਨੂੰ ਜਿਉਂਦੇ ਰੱਖਣਾ ਹੁੰਦਾ। ਜੇ ਪੰਜਾਬੀ ਮੁੱਕ ਗਈ ਤੇ ਪੰਜਾਬ ਖਤਮ ਹੋਣਾ ਹੈ। ਪੰਜਾਬ ਖਤਮ ਹੋਣਾ ਹੈ ਜੇ ਸਾਡੇ ਕੋਲ ਗੁਰੂ ਨਾ ਰਿਹਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਜਦੋਂ ਅਸੀਂ ਆਗਮਨ ਪੁਰਬ ਮਨਾਉਂਦੇ ਹਾਂ ਨਾ, ਹਾਲਾਂਕਿ ਇਹ ਗੱਲਾਂ ਵੀ ਬੜੇ ਧਿਆਨ ਨਾਲ ਸਮਝਣ ਵਾਲੀਆਂ ਨੇ। ਤੁਸੀਂ ਸਾਰਿਆਂ ਨੇ ਕਿਤਾਬਾਂ 'ਚ ਪੜ੍ਹਦੇ ਰਹੇ ਹੋ, ਗੁਰੂ ਨਾਨਕ ਸਾਹਿਬ ਜੀ ਦਾ ਜਨਮ 15 ਅਪ੍ਰੈਲ 1469 ਹੀ ਪੜ੍ਹਦੇ ਰਹੇ ਨਾ ਆਪਾਂ ਸਾਰੇ, ਤੇ ਮਨਾ ਰਹੇ ਹਾਂ ਅਸੀਂ 19 ਨਵੰਬਰ ਨੂੰ। ਹੁਣ ਜਾਂ ਤੇ ਕਿਤਾਬਾਂ 'ਚ ਗਲਤ ਲਿਖਿਆ, ਅੱਜ ਵੀ ਤੁਸੀਂ ਆਪਣੇ ਘਰ ਜਾ ਕੇ ਬੱਚਿਆਂ ਦੀਆਂ ਕਿਤਾਬਾਂ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਆਰਟੀਕਲ ਹੋਏਗਾ ਨਾ, ਉਹਨੂੰ ਪੜ੍ਹ ਕੇ ਵੇਖਿਓ, ਉੱਥੇ 15 ਅਪ੍ਰੈਲ 1469 ਹੀ ਲਿਖਿਆ। ਹੁਣ ਬੱਚਿਆਂ ਨੂੰ ਯਾਦ ਹੋ ਗਿਆ 15 ਅਪ੍ਰੈਲ 1469, ਅਸੀਂ ਯਾਦ ਕਰਾਤਾ 19 ਨਵੰਬਰ। ਕਨਫਿਊਜ਼ਨ ਵੱਧ ਜਾਏਗੀ ਨਾ ਬੱਚਿਆਂ ਦੀ, ਕਿਹਨੂੰ ਯਾਦ ਕਰਨਗੇ ਫਿਰ। ਅਸੀਂ ਕਹਿੰਦੇ ਹਾਂ ਬੱਚੇ ਇਤਿਹਾਸ ਯਾਦ ਨਹੀਂ ਕਰਦੇ। ਸਾਡੀਆਂ ਜਿਹੜੀਆਂ ਹੇਠਲੇ ਪੱਧਰ ਤੋਂ ਲੈ ਕੇ ਜ਼ਿੰਮੇਵਾਰੀਆਂ ਵਾਲੇ ਕਰਮ ਨੇ ਨਾ, ਭਾਵੇਂ ਉਹ ਵੱਡੇ ਪੱਧਰ ਤੇ ਨੇ, ਅਸੀਂ ਜ਼ਿੰਮੇਵਾਰ ਨਹੀਂ ਆ ਸਾਰੇ। ਤੁਸੀਂ ਵੇਖੋ ਕ੍ਰਿਸਮਸ ਡੇ 25 ਦਸੰਬਰ ਨੂੰ ਹੀ ਆਉਂਦਾ ਹੈ, ਤੇ 25 ਦਸੰਬਰ ਨੂੰ ਆਉਂਦਾ, ਉਹਦੀ ਤਰੀਕ ਨਹੀਂ ਬਦਲਦੀ ਕਦੇ। ਸਾਡੀ ਕਿਉਂ ਬਦਲਦੀ ਹੈ? ਜੇ ਤੁਸੀਂ ਆਪਣੇ ਬੱਚਿਆਂ ਨੂੰ, ਅੱਛਾ ਇਸ ਵਾਰ 19 ਨਵੰਬਰ ਆਇਆ, ਹੋ ਸਕਦਾ ਅਗਲੀ ਵਾਰ ਇਹ 22 ਨਵੰਬਰ ਆ ਜਾਏ ਜਾਂ 17 ਨਵੰਬਰ ਆ ਜਾਏ, ਜ਼ਰੂਰੀ ਨਹੀਂ ਅਗਲੀ ਸਾਲ ਵੀ 19 ਨਵੰਬਰ ਹੀ ਆਏਗਾ। ਕੀ ਗੁਰੂ ਨਾਨਕ ਸਾਹਿਬ ਦੇ ਜਨਮ ਦੀ ਤਰੀਕ ਬਦਲਦੀ ਹੈ ਹਰ ਸਾਲ? ਮੰਨ ਲਓ ਇਸ ਵਾਰ ਬੱਚਿਆਂ ਨੇ 19 ਨਵੰਬਰ ਯਾਦ ਕਰ ਲਿਆ, ਅਗਲੀ ਵਾਰ ਤੁਸੀਂ 17 ਨਵੰਬਰ ਹੋ ਜਾਏ ਜੇ, ਹੁਣ ਬੱਚੇ ਪੁੱਛਣਗੇ ਵੀ 17 ਵਾਲਾ ਯਾਦ ਕਰੀਏ ਕਿ 19 ਵਾਲਾ ਯਾਦ ਕਰੀਏ। ਇਹ ਵੱਡੇ ਪੱਧਰ ਤੇ ਸਾਡੀਆਂ ਸਮੱਸਿਆਵਾਂ। ਨਾਨਕਸ਼ਾਹੀ ਕੈਲੰਡਰ ਤਾਂ ਹੀ ਹੋਂਦ ਵਿੱਚ ਆਇਆ ਸੀ। 5-7 ਸਾਲ ਮਿਹਨਤ ਕੀਤੀ ਉਸ ਨਾਨਕਸ਼ਾਹੀ ਕੈਲੰਡਰ ਤੇ। ਬੰਦਿਆਂ ਨੇ ਜਦੋਂ ਜਹਿਦ ਕੀਤੀ ਵੀ ਸਾਡੀਆਂ ਤਾਂ ਤਰੀਕਾਂ ਹੀ ਅੱਗੇ ਪਿੱਛੇ ਹੁੰਦੀਆਂ ਰਹਿੰਦੀਆਂ ਨੇ ਸਾਰੀਆਂ, ਪਰ ਸਮੇਂ ਦਾ ਵਹਿਣ ਹੈ। ਅਸੀਂ ਗੁਰੂ ਦੀ ਘੱਟ ਸੁਣਦੇ ਆ, ਅਸੀਂ ਲੋਕਾਂ ਦੀ ਜ਼ਿਆਦਾ ਸੁਣਦੇ ਆ। ਇਸ ਕਰਕੇ ਲੋਕਾਂ ਦੀ ਰਾਏ ਨਾਲ ਅਸੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਵਿਚਾਰਧਾਰਾ ਨੂੰ ਪਿੱਛੇ ਰੱਖ ਕੇ ਅਸਲ ਕੈਲੰਡਰ ਨੂੰ ਕਤਲ ਕਰਕੇ ਅਸੀਂ ਉਹਦੀ ਜਗ੍ਹਾ ਤੇ ਨਕਲ ਕੈਲੰਡਰ ਬਣਾ ਲਿਆ। ਆਪਾਂ ਕਿਹਾ ਸਾਨੂੰ ਕੀ ਫਰਕ ਪੈਂਦਾ? ਸਾਡੇ ਵਰਗੇ ਪ੍ਰਚਾਰਕਾਂ ਨੇ ਕਿਹਾ ਸਾਨੂੰ ਕੀ ਫਰਕ ਪੈਂਦਾ, ਚੱਲ ਕੋਈ ਨਹੀਂ। ਕਈ ਤਾਂ ਕਹਿੰਦੇ ਇਹ ਵੀ ਬਣਾ ਲਓ, ਭਾਵੇਂ ਉਹ ਵੀ ਬਣਾ ਲਓ, ਚੰਗੀ ਗੱਲ ਹੈ, ਸਗੋਂ 2 ਗੁਰਪੁਰਬ ਆ ਜਾਂਦੇ ਨੇ ਇਹਦੇ ਨਾਲ। ਗੱਲ ਇਹ ਨਹੀਂ, ਇਹ ਇੱਕ ਪੱਖ ਹੈ ਜਿਹੜਾ ਧਿਆਨ ਨਾਲ ਵੇਖਿਓ। ਖੈਰ, ਮੈਂ ਬੇਨਤੀ ਕਰਨ ਲੱਗਾ ਸੀ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ, ਮੇਰੇ ਦਾਤਾਰ ਸੱਚੇ ਪਾਤਸ਼ਾਹ ਜੀ ਦਾ ਜਨਮ ਜਦੋਂ 1469 ਨੂੰ ਰਾਏ ਭੋਏ ਦੀ ਤਲਵੰਡੀ, ਇਹਦਾ ਪਹਿਲਾ ਨਾਮ ਰਾਏ ਭੋਏ ਦੀ ਤਲਵੰਡੀ ਹੈ, ਤੇ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਤੋਂ ਬਾਅਦ ਇਹਦਾ ਹੁਣ ਮੌਜੂਦਾ ਨਾਮ ਹੈਗਾ ਨਨਕਾਣਾ ਸਾਹਿਬ, ਪਾਕਿਸਤਾਨ ਵਿੱਚ ਹੈ। ਗੁਰੂ ਨਾਨਕ ਸਾਹਿਬ ਜੀ ਦੇ ਜਨਮ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਨਾਲ ਇਹਦਾ ਨਾਮ ਪ੍ਰਚਲਿਤ ਹੋ ਗਿਆ ਨਨਕਾਣਾ ਸਾਹਿਬ। ਸਤਿਗੁਰੂ ਜੀ ਦਾ ਜਦੋਂ ਜਨਮ ਹੋਇਆ, 2-3 ਬੇਨਤੀਆਂ ਮੈਂ ਸ਼ੁਰੂਆਤੀ ਤੌਰ ਤੇ ਤੁਹਾਡੇ ਚਰਨਾਂ 'ਚ ਕਰਨੀਆਂ ਨੇ। ਮੈਂ ਵੀ ਬੇਨਤੀ ਕੀਤੀ ਸੀ, ਆਪਾਂ ਸੁਣਦੇ ਬਹੁਤ ਘੱਟ ਧਿਆਨ ਨਾਲ। ਸਾਡਾ ਬਹੁਤਾ ਜਿਹੜਾ ਇੰਟਰਸਟ ਹੈ ਖਾਸ ਕਰਕੇ ਧਰਮ ਦੀਆਂ ਗੱਲਾਂ ਸੁਣਨ 'ਚ ਬਹੁਤਾ ਨਹੀਂ ਹੁੰਦਾ।
और महाराज सच्चे पातशाह जी के जन्म वेले भाई गुरदास जी ने कुछ पक्ष बयान किए ने। उस वेले दे एक पक्ष उन्होंने बयान किया, वो कहते बाबे दे जन्म वेले बाजों गुरु गुबार है करदी सुनी लुकाई। है दा अर्थ हुंदा है हाय हाय करदी सी, लुकाई च कोहराम मचिया पिया सी। एक उन्होंने पक्ष बयान किया भाई गुरदास जी ने, कहते जदों बाबे नानक जी का जन्म होया उस वेले कल काती राजे कसाई धर्म पंख कर उड़ रिया दी अवस्था है, इदां दा हालात है, राज प्रबंध भी भैड़ा है। फिर बाबे ने भाई गुरदास जी ने जदों उस वेले नूं बयान किया तो उन्हें ये भी शब्द वरते ने अपनियां रचनावां दे विच। भाई गुरदास जी नूं जदों तुसीं पढ़ोगे, हालांकि साडे घरां विच पढ़न दा समझण दा माहौल नहीं, असीं बहुत घट अपने घरां च ਸਾਹਿਤ रखदे। मेरी बेनती है हथ जोड़ के अपने घरां दे विच चंगा ਸਾਹਿਤ रखण दी आदत पाओ, ताकि गाए बगाए साडे बच्चे किते ना किते ਸਾਹਿਤ वाले बन्ने नूं तुरदे रहण। हुण जदों भाई गुरदास जी ने लिखिया ते वो लिखते ने भी बाबे नानक दे जन्म वेले कोई किसे ना वरजई सोई करे जोई मन भावे। कोई किसे नूं वरजण वाला नहीं, हर बंदा वो करदा जो उहदे मन आउंदा है। और तुसीं ध्यान नाल वेखोगे ना ते अज दा दौर भी बिल्कुल इदां दा ही, कोई किसे नूं वरज नहीं सकदा, हर बंदा मनाई करदा। ना किसी नूं प्यो वरज सकता है, ना किसी नूं पिता वरज सकता है, ना कोई जिम्मेवार बंदा वरज सकता है, ना किसी नूं तुसीं कह सकते हो। तो जे कोई बंदा कहता है तो अगला कहता तू मेरे नालों ज्यादा सियाणा है। किते हर एक दे मूँह ते जुबान ते शब्द है तू ज्यादा सियाणा है। हुण ये गल वखरी है भी ज्यादा सियाणा है जां घट सियाणा है, इहदे ते मैं अजे चर्चा नहीं करदा। बहुत लंबियां चौड़ियां चर्चावां इहदे ते भी कीतियां जा सकदियां ने, पर घट्टो घट इस गल का अंदाजा तो सानू लाउणा ही चाहिए कि जिन्हें सानू जन्म दिता है भावें साडे नालों सियाणा वध नहीं, पर साडे प्रति जिम्मेवारियां ते कुछ उहदियां बनदियां ने ना, साडे नालों कुछ तजर्बा ते उहदा ज्यादा है, पर असीं मन्नण लई राजी नहीं हाँ। इत्थों तक भी ठीक सी, चलो असीं नहीं मनदे जम्मण वालियां दी जां माँ बाप की, यह भी ठीक है। 90% पंजाब के लोग अज ये भी गल कहन लग पे ने, साडे आम भावें असीं दबी जी आवाज़ में कहने, भावें उहदे शब्द कोई होर हुंदे ने, पर असीं सारे इदां कहन लग पे हाँ। वेखो गुरु दी सुणीए कि समाज में रहना है उहदी सुणीए, इहदा मतलब दो तरह की राय चलती है ना बंदे दे दिमाग, फिर लोकां नाल भी चलना हुंदा है, दुनियादारी च रहना नहीं। ਇਹਦਾ मतलब है दुनियादारी ते गुरु नानक असी दो बना लै, ते असी गुरु नानक दा पल्ला छड्ड दिता है ते दुनियादारी दा पल्ला फड़ ले। सारे काम असी लोकां दे हिसाब नाल करदे, असी गुरु दे हिसाब नाल बहुत घट कारज करदे। विआहां शादियां दे जिन्ने साडे कारज ने असी गुरु दे हिसाब नाल चलदे हां कि लोकां दे हिसाब नाल चलदे हां? लोकां दे हिसाब नाल ही चलदे आ। क्यों? वड्डा कौन है? गुरु। आखे किहदे लगदे आ? लोकां दे। फिर जे कोई समझाउण दा यतन करेगा तो असीं कहांगे तू ज़्यादा सियाणा है मेरे नालों, मैनूं अकल नहीं है किते। ठीक है भाई, हो सकती है अकल तुहाडे कोल भी हो सकती है, किसी होर कोल भी हो सकती है, पर असी एक बैलेंस बना के इदां क्यों नहीं सोचते भी गुरु कोलों अकल लईए? साडी सारियां दी अकल छोटी है तो गुरु वाली अकल वड्डी है, असी गुरु दी अकल ते चलीए। प्रकाश क्यों कीता है पिंड विच? सिर्फ सवेरे जपजी साहब पढ़न लई ते शाम नूं सोधर पढ़न वास्ते, यही काम है गुरु साहब का, इन्नी ड्यूटी है ना। असी सवेरे जपजी विचों की लैंदे आ, शाम नूं सोधर विचों की लैंदे आ? कुछ भी नहीं लैंदे। सिखते की हाँ? साढ़े घर कई बार सवेरे कीर्तन दरबार साहब तो आना होंदा ते टीवी लग जाता है, कीर्तन चली जाता है, कौन सुनता है? वो सुनता कोई? जे सुनते होंदे ते रोज कीर्तन विचों एक एक गल भी सिखदे ते साडा घर
ਜਿਹੜਾ ਭਾਈ ਗੁਰਦਾਸ ਜੀ ਨੇ ਚਿਤਵਿਆ। ਵੇਖਿਓ ਧਿਆਨ ਨਾਲ, ਬਾਬੇ ਦੇ ਜਨਮ ਵੇਲੇ ਦੀ ਸਥਿਤੀ ਨੂੰ ਭਾਈ ਗੁਰਦਾਸ ਜੀ ਨੇ ਬਿਆਨ ਕੀਤਾ ਔਰ ਉਹਨਾਂ ਨੇ ਕਿਹਾ, ਹੈ ਕਰਦੀ ਸੁਣੀ ਲੁਕਾਈ, ਕੋਈ ਕਿਸੇ ਨਾ ਵਰਜਈ, ਸੋਈ ਕਰੇ ਜੋਈ ਮਨ ਭਾਵੇ। ਖੈ ਮਰਦੇ ਬਾਹਮਣ ਮੌਲਾਣੇ, ਬਾਹਮਣ ਤੇ ਮੌਲਾਣੇ ਉਸ ਵੇਲੇ ਵੱਡਾ ਬੋਲਬਾਲਾ ਸੀ। ਇੱਕ ਬੰਨੇ ਬ੍ਰਾਹਮਣ ਵੀਰ ਧਰਮ ਦੀ ਦੁਨੀਆ ਵਿੱਚ ਹਿੰਦੂ ਮਿਥਿਓਲੋਜੀ ਨੂੰ ਪ੍ਰਚਾਰਨ ਵਾਲੇ, ਦੂਜੇ ਬੰਨੇ ਮੌਲਾਣੇ ਮੌਲਵੀ ਜਿਨ੍ਹਾਂ ਦਾ ਆਪਣੇ ਆਪ 'ਚ ਬੋਲਬਾਲਾ ਹੈ ਵੱਡਾ। ਪਰ ਭਾਈ ਗੁਰਦਾਸ ਜੀ ਨੇ ਲਿਖਿਆ ਖੈ ਮਰਦੇ, ਇਹ ਖੈ ਕੇ ਮਰਦੇ ਨੇ ਇੱਕ ਦੂਜੇ ਨਾਲ, ਬਾਹਮਣ ਤੇ ਮੌਲਾਣੇ। ਤੇ ਭਾਈ ਗੁਰਦਾਸ ਜੀ ਨੇ ਇਹ ਸਾਰੀ ਸਥਿਤੀ ਨੂੰ ਬਦਲ ਕੇ ਜਦੋਂ ਗੁਰੂ ਨਾਨਕ ਦੀ ਗੱਲ ਕੀਤੀ, ਫਿਰ ਕਹਿੰਦੇ ਜਦੋਂ ਬਾਬੇ ਨਾਨਕ ਵਰਗਾ ਸੂਰਜ ਇਸ ਧਰਤੀ ਤੇ ਚੜ੍ਹਿਆ ਨਾ, ਫਿਰ ਖੈ ਮਰਨ ਦੀ ਜਗ੍ਹਾ ਤੇ ਫਿਰ ਕੀ ਹੋ ਗਿਆ, ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਵਾ। ਤਬਦੀਲੀ ਆ ਗਈ ਨਾ, ਘਰ ਘਰ ਅੰਦਰ ਧਰਮਸ਼ਾਲ, ਯਾਨੀ ਕਿ ਹਰ ਘਰ ਧਰਮਸ਼ਾਲ ਬਣ ਗਈ। ਕੋਈ ਘਰ ਐਸਾ ਨਹੀਂ ਜਿਹੜਾ ਧਰਮਸ਼ਾਲ ਨਾ ਹੋਵੇ, ਹਰ ਘਰ ਧਰਮਸ਼ਾਲ ਬਣਾਈ ਬਾਬੇ ਨਾਨਕ ਨੇ। ਤੇ ਅਸੀਂ 500 ਸਾਲ 552 ਸਾਲ ਲਾ ਕੇ ਅਸੀਂ ਫਿਰ ਧਰਮਸ਼ਾਲ ਵੀ ਧਰਮਸ਼ਾਲ ਨਹੀਂ ਰਹਿਣ ਤੀ, ਅਸੀਂ ਧਰਮਸ਼ਾਲ ਨੂੰ ਵੀ ਆਪਣੀ ਮਰਜ਼ੀ ਨਾਲ ਢਾਲ ਲਿਆ। ਉਦਾਹਰਣ ਦਿਆ, ਸਮਝ ਆ ਜੂ ਗੱਲ। ਬਾਬੇ ਨੇ ਹਰ ਘਰ ਨੂੰ ਧਰਮਸ਼ਾਲ ਬਣਾਇਆ, ਤੇ ਧਰਮਸ਼ਾਲ ਦਾ ਮਤਲਬ ਹੁੰਦਾ ਹੈ ਵੀ ਜਿੰਨੇ ਵੀ ਘਰ, ਜਿੱਥੇ ਜਿੱਥੇ ਵੀ ਬਾਬੇ ਨਾਨਕ ਦਾ ਪ੍ਰਭਾਵ ਹੈ, ਕੋਈ ਊਚ ਨਹੀਂ, ਕੋਈ ਨੀਚ ਨਹੀਂ, ਕੋਈ ਜਾਤ ਨਹੀਂ, ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਕਿਸੇ ਤਰ੍ਹਾਂ ਦਾ ਕੋਈ ਮਜ਼ਹਬ ਦੀ ਬਿਰਾਦਰੀ ਦਾ ਰੌਲਾ ਨਹੀਂ, ਕੋਈ ਰੌਲਾ ਨਹੀਂ। ਜਿੱਥੇ ਬਾਬਾ ਹੈ ਹੋਵੇ ਕੀਰਤਨ ਸਦਾ ਵਸੋਆ, ਉੱਥੇ ਕੀਰਤਨ ਹੁੰਦਾ ਹੈ ਤੇ ਘਰ ਵਸਣ ਯੋਗ ਬਣ ਜਾਂਦਾ ਹੈ। ਪਰ ਭਾਈ ਗੁਰਦਾਸ ਜੀ ਦੀ ਇਸ ਕਥਨ ਨੂੰ ਅੱਜ ਆਪਣੇ ਤੇ ਲਾ ਕੇ ਵੇਖੋ ਭਲਾ। ਪਿੰਡ 'ਚ ਜ਼ਿਆਦੇ ਨਹੀਂ ਤੇ 3-4 ਜਾਤਾਂ ਦੇ ਗੁਰਦੁਆਰੇ ਤਾਂ ਪਿੰਡਾਂ 'ਚ ਹੈਗੇ ਹੀ ਨੇ ਨਾ, ਵੀ ਇੱਕ ਐਸ ਜਾਤ ਦਾ, ਇੱਕ ਉਸ ਜਾਤ ਦਾ, ਇੱਕ ਐਸ ਜਾਤ ਦਾ। ਫਿਰ ਧਰਮਸ਼ਾਲ ਕਿੱਥੇ ਰਹਿ ਗਿਆ ਗੁਰਦੁਆਰਾ? ਗੁਰਦੁਆਰਾ ਧਰਮਸ਼ਾਲ ਤੇ ਬਣਿਆ ਹੀ ਨਹੀਂ। ਇਹ ਤੇ ਆਪਣੀਆਂ ਆਪਣੀਆਂ ਜਾਤਾਂ ਦੇ ਅੱਡੇ ਬਣ ਗਏ ਨੇ। ਹੁਣ ਗੁਰੂ ਦੀ ਗੱਲ ਕਿੱਥੋਂ ਚੱਲੇਗੀ? ਫਿਰ ਸਾਂਝੀਵਾਲਤਾ ਦਾ ਉਪਦੇਸ਼ ਕਿੱਥੇ ਹੈ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਗੱਜ ਕੇ ਬੋਲੋ ਤੇਰੇ ਭਾਣੇ ਸਰਬੱਤ ਦਾ ਭਲਾ, ਕਿੱਥੇ ਹੈ? ਅਸੀਂ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਨ। ਇਹ ਕਿਉਂ ਨਹੀਂ ਹੋਈਆਂ ਗੱਲਾਂ? 552 ਸਾਲ। ਇੱਕ ਬੇਨਤੀ ਨੂੰ ਧਿਆਨ ਨਾਲ ਸੁਣਿਓ। ਬਾਬੇ ਨਾਨਕ ਦੇ ਵੇਲੇ ਭਾਈ ਗੁਰਦਾਸ ਜੀ ਨੇ ਕਿਹਾ ਹਰ ਘਰ ਧਰਮਸ਼ਾਲ ਬਣ ਗਿਆ ਸੀ, ਤੇ ਅੱਜ ਤੱਕ ਤਾਂ ਪੰਜਾਬ ਦੇ ਲਾਗੇ ਆਲੇ ਦੁਆਲੇ ਲੱਗਦੇ ਸੂਬੇ ਵੀ ਧਰਮਸ਼ਾਲ ਬਣ ਜਾਣੇ ਚਾਹੀਦੇ ਸੀ। ਅੱਜ ਤੱਕ ਭਾਰਤ ਦਾ ਜਰਰਾ ਜਰਰਾ ਅੱਜ ਧਰਮਸ਼ਾਲ ਬਣਿਆ ਹੋਣਾ ਚਾਹੀਦਾ ਸੀ। ਭਾਰਤ ਦੇ ਅੰਦਰ ਇੱਕ ਵੀ ਐਸਾ ਥਾਂ ਨਹੀਂ ਸੀ ਹੋਣਾ ਚਾਹੀਦਾ ਜਿੱਥੇ ਧਰਮਸ਼ਾਲ ਨਾ ਹੁੰਦੀ। ਪਰ ਅਸੀਂ 552 ਸਾਲ ਲਾ ਕੇ ਬਾਬਾ ਨਾਨਕਾ ਵੇਖ ਕਿੰਨੀ ਮਿਹਨਤ ਕੀਤੀ, ਅਸੀਂ ਤੇਰਾ ਗੁਰਦੁਆਰਾ ਵੀ ਧਰਮਸ਼ਾਲ ਨਹੀਂ ਛੱਡਿਆ। ਕਿਉਂ ਨਹੀਂ ਛੱਡਿਆ ਭਲਾ? ਕਿਉਂਕਿ ਨਾਮ ਖੁਦਾਏ ਕਾ ਲੈਣ ਵਾਸਤੇ ਦਿਲ ਅੱਛਾ ਚਾਹੀਦਾ ਹੈ। ਸਾਡਾ ਦਿਲ ਅੱਛਾ ਨਹੀਂ ਹੈ। ਕੌਣ ਕਰੇ ਸ਼ੁਰੂਆਤ? ਸਾਨੂੰ ਚਾਹੀਦਾ ਹੈ। ਅਸੀਂ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਮਨਾਉਂਦੇ ਆ, ਆਓ ਯਤਨਸ਼ੀਲ ਹੋਈਏ। ਗੱਲਾਂ ਤੇ ਸੁਣਨੀਆਂ ਪੈਣਗੀਆਂ। ਅੱਜ ਅਸੀਂ ਬਹੁਤੇ ਬੰਦੇ ਗੱਲਾਂ ਸੁਣਨ ਤੋਂ ਡਰਦੇ ਹਾਂ ਵੀ ਲੋਕ ਗੱਲਾਂ ਕਰਨਗੇ, ਕਿਸੇ ਨੇ ਜੀਣ ਦੇਣਾ ਇੱਥੇ। ਔਰ ਇਹ ਪੱਕੀ ਗੱਲ ਹੈ, ਜਿੰਨਾ ਤੁਸੀਂ ਕੰਮ ਚੰਗਾ ਕਰੋਗੇ ਨਾ, ਓਨੇ ਹੀ ਲੋਕ ਤੁਹਾਨੂੰ ਗੱਲਾਂ ਜ਼ਿਆਦੀਆਂ ਕਰਨਗੇ। ਜਿੰਨਾ ਕੰਮ ਚੰਗਾ ਕਰੋ, ਜਿੰਨਾ ਹੀ ਤੁਸੀਂ ਕੰਮ ਚੰਗਾ ਕਰੋਗੇ ਨਾ, ਲੋਕ ਓਨੀਆਂ ਹੀ ਗੱਲਾਂ ਜ਼ਿਆਦੀਆਂ ਕਰਨਗੇ। ਤੇ ਜਿੰਨੇ ਤੁਸੀਂ ਭੈੜੇ ਹੋਵੋਗੇ ਨਾ, ਕੋਈ ਡਰਦਾ ਨਾ ਹੀ ਨਹੀਂ ਲੈਗਾ ਤੁਹਾਡਾ। ਗੱਲ ਤਾਂ ਤੁਹਾਡੇ ਬਾਰੇ ਕੀ ਕਰਨੀ, ਉੱਚੀ ਸਾਹ ਨਹੀਂ ਲੈਂਦੇ ਵੀ ਯਾਰ ਅਗਲੇ ਦਾ ਪਤਾ ਫਿਰ ਕਿੱਦਾਂ ਦਾ ਹੋ। ਯਾਨੀ ਕਿ ਚੰਗਾ ਹੋਣਾ ਗੁਨਾਹ ਹੋ ਗਿਆ ਤੇ ਮਾੜਾ ਹੋਣਾ ਪੈਸ਼ਨ ਬਣ ਗਿਆ। ਕਿੱਡੀ ਅਜੀਬ ਗੱਲ ਹੈ। ਕੋਈ ਬੰਦਾ ਪਿੰਡ 'ਚ ਏਦਾਂ ਸਾਰਿਆਂ ਨਾਲ ਮੇਲ ਵਰਤਣ ਜਿਹਾ ਰੱਖੇ, ਹਰੇਕ ਨੂੰ ਫਤਿਹ ਬੁਲਾ ਲੈ, ਕਹਿੰਦੇ ਲੈ ਇਹ ਵੀ ਕੋਈ ਬੰਦਾ, ਇਹਨਾਂ ਨਾਲ ਵੀ ਬੋਲੀ ਜਾਂਦਾ, ਉਹਨਾਂ ਨਾਲ ਵੀ ਬੋਲੀ ਜਾਂਦਾ। ਇਹ ਤਾਂ ਪਾਰਟੀਬਾਜ਼ੀ 'ਚ ਆਉਂਦਾ ਹੀ ਨਹੀਂ। ਅਸੀਂ ਬੰਦਾ ਹੀ ਉਹਨੂੰ ਮੰਨਦੇ ਆ ਜਿਹੜਾ ਪਾਰਟੀਬਾਜ਼ੀ 'ਚ ਆਉਂਦਾ। ਸੋ ਕਿੱਥੇ ਹੈ ਸਿੱਖੀ? ਫਿਰ ਅਸੀਂ ਪਿੰਡ ਤਾਂ ਘੱਟੋ ਘੱਟ ਸਮਝਣਾ ਆਇਆ ਨਹੀਂ।
ਇਹ ਨਹੀਂ ਵੀ ਗੁਰਪੁਰਬ ਅਖੰਡ ਪਾਠ ਰੱਖਿਆ, ਭੋਗ ਪਾ ਲਿਆ, ਪ੍ਰਚਾਰਕ ਆ ਗਿਆ, ਠੀਕ ਆ, ਉਹਨੂੰ ਟਾਈਮ ਦੇ ਦਿੱਤਾ ਵੀ ਇੰਨੇ ਤੋਂ ਇੰਨੇ ਕਥਾ ਕਰਨੀ ਹੈ, ਨਿਬੜੀ ਕਥਾ, ਪ੍ਰਸ਼ਾਦਾ ਪਾਣੀ ਛਕਿਆ, ਜਲ ਪਾਣੀ ਛਕਿਆ, ਘਰਾਂ ਨੂੰ ਚਲੇ ਗਏ। ਨਹੀਂ ਭਾਈ, ਸੋਚੀਏ ਤਾਂ ਸਹੀ। ਬਾਬੇ ਨਾਨਕ ਨੇ ਇਕੱਲੇ ਨੇ 4 ਉਦਾਸੀਆਂ ਕਰਕੇ ਭਾਰਤ ਦਾ ਬਹੁਤ ਹਿੱਸਾ ਬਦਲਤਾ, ਤੇ ਅਸੀਂ ਇੰਨੇ ਬੰਦੇ ਰਲ ਕੇ ਆਪਣਾ ਆਪਣਾ ਪਿੰਡ ਹੀ ਬਦਲ ਦਈਏ ਘੱਟੋ ਘੱਟ। ਹਰ ਸਾਲ ਹੀ ਸਬਕ ਲਈਏ ਥੋੜਾ ਥੋੜਾ, ਕਰੀਏ ਪ੍ਰਾਣ। ਅਸੀਂ ਆਪਣੇ ਪਿੰਡ 'ਚ ਕੋਈ ਬੱਚਾ ਅਨਪੜ੍ਹ ਨਹੀਂ ਰਹਿਣ ਦੇਣਾ। ਆਓ ਕਮਿਟਮੈਂਟ ਕਰੀਏ ਸਾਰੇ ਰਲ ਕੇ ਗੁਰਦੁਆਰੇ। ਸਾਡੇ ਪਿੰਡ ਦਾ ਕੋਈ ਬੰਦਾ ਗਰੀਬ ਦਵਾਈ ਤੋਂ ਬਿਨਾਂ ਨਹੀਂ ਮਰੇਗਾ। ਕਿਸੇ ਬੰਦੇ ਨੂੰ ਦਵਾਈ ਤੋਂ ਦੂਜੇ ਦੇ ਕੋਲ ਜਾਣ ਦੀ ਲੋੜ ਨਹੀਂ ਪਏਗੀ। ਕਰ ਨਹੀਂ ਸਕਦੇ ਅਸੀਂ? ਕਰ ਸਕਦੇ ਹਾਂ, ਕਰਨਾ ਨਹੀਂ। ਸਾਰਿਆਂ ਦੇ ਕਿੱਦਾਂ ਪੜ ਜਾਣਗੇ? ਫਿਰ ਬਰਾਬਰ ਨਹੀਂ ਹੋ ਜਾਣਗੇ ਸਾਰੇ। ਅਸੀਂ ਨਹੀਂ ਤੁਰਨਾ ਚਾਹੁੰਦੇ ਇਸ ਬੰਦੇ। ਤੁਸੀਂ ਤੁਰ ਕੇ ਵੇਖ ਲਓ, ਕਰਕੇ ਵੇਖ ਲਓ, 4 ਗੱਲਾਂ ਵੇਖਿਓ, ਸਵੇਰੇ ਗੱਲਾਂ ਹੋਣ ਲੱਗ ਪੈਣਗੀਆਂ। ਪਤਾ ਨਹੀਂ ਇਹਨਾਂ ਨੂੰ ਕੋਈ ਲਾਲਚ ਹੋਣਾ ਹੈ, ਕਿਸੇ ਚੌਧਰਲੇ ਤੁਰੇ ਫਿਰਦੇ ਹੋਣੇ ਨੇ, ਪਤਾ ਨਹੀਂ ਕੀ, ਮਗਰ ਕਿਹੜੀ ਪਲੈਨਿੰਗ ਚੱਲਦੀ ਹੋਣੀ ਹੈ। ਕਿਉਂਕਿ ਚੰਗੇ ਨੂੰ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ, ਪਰ ਗੁਰੂ ਕੇ ਪਿਆਰਿਓ, ਇੱਕ ਦਿਨ ਇਤਿਹਾਸ ਨੇ ਫੈਸਲਾ ਕਰਨਾ ਹੈ, ਔਰ ਉਹਨੇ ਇਹ ਸਵਾਲ ਤੁਹਾਨੂੰ ਜ਼ਰੂਰ ਕਰਨਾ ਹੈ। ਘੱਟੋ ਘੱਟ ਪੰਜਾਬ ਤਾਂ ਵੈਰ, ਵਿਰੋਧ, ਈਰਖਾ, ਨਫ਼ਰਤ, ਸਾੜਾ, ਜੈਲਸੀ ਇਹਦੇ ਤੋਂ ਆਜ਼ਾਦ ਚਾਹੀਦਾ ਸੀ, ਕਿਉਂਕਿ ਗੁਰੂ ਨਾਨਕ ਦਾ ਘਰ ਨਫ਼ਰਤ ਕਰਨੀ ਨਹੀਂ ਸਿਖਾਉਂਦਾ। ਇਹ ਘਰ ਘਰ ਅੰਦਰ ਧਰਮਸ਼ਾਲ ਬਣਾਉਂਦਾ ਹੈ। ਇਹ ਵੱਡੇ ਛੋਟੇ ਦਾ ਗੈਬ ਮੁਕਾਉਂਦਾ ਹੈ। ਆਪਣੀ ਆਪਣੀ ਕਰਕੇ ਖਾਣੀ ਹੈ, ਕੋਈ ਕਿਸੇ ਦੀ ਖਾਂਦਾ ਨਹੀਂ। ਇੱਥੇ ਹਰ ਬੰਦੇ ਨੇ ਆਪਣੀ ਕਰਨੀ ਹੈ ਤੇ ਆਪਣੀ ਖਾਣੀ ਹੈ। ਫਿਰ ਨਫ਼ਰਤਾਂ ਕਾਹਦੀਆਂ ਨੇ? ਫਿਰ ਸਾੜੇ ਕਾਹਦੇ ਨੇ? ਫਿਰ ਈਰਖਾ ਕਾਹਦੀ ਹੈ? ਮੈਂ ਦਾਅਵੇ ਨਾਲ ਕਹਿਣਾ, ਮਨਾਓ ਕਿਤੇ ਦਿਲੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ। ਡਾਕਟਰ ਦਾ ਖਹਿੜਾ ਛੁੱਟ ਜਾਣਾ। ਜਿੰਨੀਆਂ ਬਿਮਾਰੀਆਂ ਲੱਗੀਆਂ ਨੇ ਨਾ ਸਾਨੂੰ, ਜਿੰਨੇ ਰੋਗ ਲੱਗੇ ਨੇ, ਇਹ ਸਭ ਰੋਗ ਲੱਗੇ ਨੇ ਸਾਡੇ ਅੰਦਰ ਦੇ ਜ਼ਹਿਰ ਨੇ। ਅਸੀਂ ਅੰਦਰੋਂ ਜ਼ਹਿਰੀਲੇ ਨੇ ਆ, ਕਿਉਂਕਿ ਅਸੀਂ ਬਾਹਰੋਂ ਕਰਮ ਕਰਨ ਦੀ ਕੋਸ਼ਿਸ਼ ਕਰਦੇ। ਮਹਾਰਾਜ ਨੇ ਬੜੇ ਪਿਆਰੇ ਸ਼ਬਦ ਵਰਤੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੇਲੇ ਦੀ ਜਦੋਂ ਅਸੀਂ ਬਾਣੀ ਵਿੱਚ ਸ਼ਬਦ ਪੜ੍ਹ ਰਹੇ ਸਾਂ ਤਾਂ ਕਹਿੰਦੇ, ਜੇ ਰੱਦ ਲੱਗੇ ਕੱਪੜਾ ਜਾਮਾ ਹੋਏ ਪਲੀਤ। ਕੱਪੜੇ ਗੰਦੇ ਹੋ ਜਾਣ, ਕੋਈ ਬੰਦਾ ਘਰੋਂ ਬਾਹਰ ਪਾ ਕੇ ਨਿਕਲਦਾ ਨਹੀਂ। ਭਾਵੇਂ ਉਹ ਪੜ੍ਹਿਆ ਤੇ ਭਾਵੇਂ ਉਹ ਅਨਪੜ੍ਹ ਹੈ, ਭਾਵੇਂ ਉਹ ਬਹੁਤ ਵੱਡਾ ਸਟੇਟਸ ਵਾਲਾ ਹੈ ਤੇ ਭਾਵੇਂ ਉਹ ਨੋਰਮਲ ਸਟੇਟਸ ਵਾਲਾ ਬੰਦਾ ਹੈ, ਗੰਦੇ ਕੱਪੜੇ ਪਾ ਕੇ ਘਰੋਂ ਬਾਹਰ ਨਹੀਂ ਨਿਕਲਦਾ। ਤੇ ਜੇ ਨਿਕਲਣ ਵੀ ਲੱਗੇ ਤੇ ਘਰ ਦੇ 4 ਜੀ ਕਹਿੰਦੇ ਨੇ, ਕੱਪੜੇ ਵੇਖੇ ਤੇਰੇ ਕਿੱਦਾਂ ਦੇ ਨੇ, ਇਹ ਪਾ ਕੇ ਕਿਉਂ ਚੱਲੇ ਆ ਬਾਹਰ? ਨਹੀਂ ਪਾ ਕੇ ਜਾਣ ਦਿੰਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਉਸ ਵੇਲੇ ਦੇ ਕਾਜ਼ੀ ਨਾਲ ਜਦੋਂ ਗੱਲ ਕਰਦੇ ਤਾਂ ਉਹਨੂੰ ਕਹਿੰਦੇ, ਜੇ ਕੱਪੜੇ ਨੂੰ ਰੱਤ ਲੱਗ ਜਾਏ ਤੇ ਤੂੰ ਕਹਿੰਦਾ ਚੋਲਾ ਮਲੀਨ ਹੋ ਗਿਆ, ਇਹਦੇ ਨਾਲ ਨਮਾਜ਼ ਪੜ੍ਹੀ ਪ੍ਰਵਾਨ ਨਹੀਂ ਕਰਦਾ ਖੁਦਾ, ਕਿਉਂਕਿ ਚੋਲੇ ਨੂੰ ਮੈਲ ਲੱਗ ਗਈ ਹੈ, ਖੂਨ ਲੱਗ ਗਿਆ, ਅਪਵਿੱਤਰ ਹੋ ਗਿਆ। ਤੇ ਮੇਰਾ ਬਾਬਾ ਨਾਨਕ ਕਹਿੰਦਾ, ਜਿਹੜਾ ਮਨ ਅਪਵਿੱਤਰ ਚੁੱਕੀ ਫਿਰਦਾ ਹੈ, ਇਹਦੇ ਅੰਦਰ ਇੰਨਾ ਜ਼ਹਿਰ ਭਰੀ ਫਿਰਦਾ, ਇਹਦੇ ਨਾਲ ਪੜ੍ਹੀ ਨਮਾਜ਼ ਅੱਲਾਹ ਤਾਲਾ ਪ੍ਰਵਾਨ ਕਰ ਲੈਂਦਾ। ਇਹਦੇ ਨਾਲ ਪੜ੍ਹੀ ਨਮਾਜ਼ ਕਿਵੇਂ ਚੰਗੀ ਲੱਗਦੀ ਹੈ ਉਹਨੂੰ? ਕੱਪੜਾ ਤੇ ਮਾੜਾ ਉਹਨੂੰ ਚੰਗਾ ਨਹੀਂ ਲੱਗਦਾ, ਤੇ ਉਹ ਨਾਰਾਜ਼ ਹੋ ਜਾਂਦਾ ਹੈ ਵੀ ਮੇਰੇ ਭਗਤ ਨੇ, ਮੇਰੇ ਸੇਵਕ ਨੇ ਮੈਲਾ ਕੱਪੜਾ ਪਾ ਕੇ ਨਮਾਜ਼ ਪੜ੍ਹੀ ਹੈ। ਤੇ ਜੇ ਕੱਪੜੇ ਨਾਲ ਲੱਗੀ ਹੋਈ ਗੰਦਗੀ ਕੱਪੜੇ ਨੂੰ ਅਪਵਿੱਤਰ ਕਰ ਦਿੰਦੀ ਹੈ, ਤੇ ਜਿਹੜੇ ਤੇਰੇ ਅੰਦਰ ਮੈਲ ਭਰੀ ਪਈ ਇਹਦਾ ਕੀ ਬਣੇਗਾ? ਕਿੰਨੀਆਂ ਮੈਲਾਂ ਭਰੀਆਂ ਪਈਆਂ ਨੇ। ਤੁਸੀਂ ਪੰਜਾਬ ਦੀਆਂ ਕੋਰਟ ਕਚਹਿਰੀਆਂ ਵੇਖ ਲਓ, ਅਦਾਲਤਾਂ 'ਚ ਕੇਸ ਵੇਖ ਲਓ, ਲਾਵਾਂ ਲੈਣ ਵਾਲਿਆਂ ਦੇ ਕੇਸ ਵੇਖ ਲਓ, ਇੱਕ ਦੂਜੇ ਦੇ ਨਾਲ ਚਾਅ ਨਾਲ ਮਿਲਣ ਵਾਲਿਆਂ ਦੇ ਕੇਸ ਵੇਖ ਲਓ। ਕਿੱਥੇ ਹੈ ਸਾਰਾ ਕੁਝ? ਬਦਲ ਨਹੀਂ ਸਕਦਾ ਸੀ? ਬਦਲ ਸਕਦਾ, ਪਰ ਗੱਲ ਇਹ ਹੈ ਵੀ ਅਸੀਂ ਇਹਨਾਂ ਗੱਲਾਂ ਨੂੰ ਕਦੇ ਵੀ ਧਿਆਨ ਨਾਲ, ਮੈਂ ਬੇਨਤੀ ਕੀਤੀ ਸੀ, ਜੇ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਹਾਂ, ਅਸੀਂ ਥੋੜਾ ਥੋੜਾ ਵੀ ਸਿੱਖਦੇ ਰਹਿੰਦੇ, ਅੱਜ ਪੰਜਾਬ ਨਹੀਂ, ਪੰਜਾਬ ਭਾਰਤ ਦਾ ਹਰ ਸੂਬਾ ਗੁਰੂ ਨਾਨਕ ਦੇ ਚਰਨਾਂ 'ਚ ਝੁਕਿਆ ਹੁੰਦਾ, ਜੇ ਪੰਜਾਬ ਵਾਲਿਆਂ ਨੇ ਅਕਲ ਕੀਤੀ ਹੁੰਦੀ। ਆਹ ਗੱਲ ਚੇਤੇ ਰੱਖਿਓ ਮੇਰੀ, ਜੇ ਪੰਜਾਬ ਵਾਲਿਆਂ ਨੇ ਅਕਲ ਕੀਤੀ। ਅਸੀਂ ਅਕਲ ਨਹੀਂ ਕੀਤੀ।
ਬੇਅਕਲੇ ਬੰਦੇ ਹਾਂ ਅਸੀਂ ਗੁਰਦੁਆਰੇ ਪੱਗਾਂ ਲਾਈਆਂ ਇੱਕ ਦੂਜੇ ਦੀਆਂ, ਸਜਾਈਆਂ ਬਹੁਤ ਘੱਟ ਨੇ, ਲਾਈਆਂ ਬਹੁਤ ਨੇ, ਕੋਈ ਥਾਂ ਨਹੀਂ ਛੱਡਿਆ, ਕੋਈ ਜਗ੍ਹਾ ਨਹੀਂ ਛੱਡੀ ਅਸੀਂ। ਇਸ ਧਰਮ ਨੇ ਹੌਲੀ ਹੌਲੀ ਸਾਡੇ ਨਗਰ ਘਰ, ਸਾਡੇ ਸਾਰਿਆਂ ਥਾਵਾਂ ਨੂੰ ਪਵਿੱਤਰ ਬਣਾਉਣਾ ਸੀ, ਅਸੀਂ ਇਹਨੂੰ ਵੀ ਪਵਿੱਤਰ ਬਣਾ ਛੱਡਿਆ। ਗੁਰੂ ਦੀ ਨਹੀਂ ਚੱਲਦੀ। ਮੈਂ ਬੜੇ ਵਾਰ ਇਹ ਕਹਿਣਾ ਹੁੰਦਾ, ਅੱਜ ਗੁਰਦੁਆਰਿਆਂ 'ਚ ਗੁਰੂ ਦੀ ਨਹੀਂ ਚੱਲਦੀ, ਅੱਜ ਗੁਰਦੁਆਰਿਆਂ ਦੇ ਵਿੱਚ ਬੰਦਿਆਂ ਦੀ ਚੱਲਦੀ ਹੈ। ਗੁਰੂ ਦੀ ਕਿੱਥੇ ਚੱਲਦੀ ਹੈ? ਗੁਰੂ ਦੀ ਚੱਲਣ ਦਿੰਦਾ ਕੋਈ? ਅਗਲੇ ਕਹਿੰਦੇ ਛੱਡ ਗੁਰੂ ਦੀ ਗੱਲ, ਛੱਡ ਤੂੰ, ਸਾਡੇ ਐਂ ਚੱਲਦਾ ਬਸ। ਸਾਡੇ ਵਰਗੇ ਪ੍ਰਚਾਰਕ ਵੀ ਵਿਚਾਰੇ ਚੁੱਪ ਕਰ ਜਾਂਦੇ ਨੇ। ਫਿਰ ਕੀ ਕਰੀਏ ਹੁਣ? ਫਿਰ ਲੋਕਾਂ ਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ, ਗੁਰੂ ਦੇ ਹਿਸਾਬ ਨਾਲ ਚੱਲਣਾ ਪੈਂਦਾ। ਆਪਾਂ ਸ਼ਬਦ ਕੀ ਪੜ੍ਹਦੇ ਸਾਂ? ਗੁਰੂ ਬਿਨਾ ਮੈਂ ਨਾਹੀ ਹੋਰ, ਗੁਰੂ ਤੋਂ ਬਿਨਾ ਮੈਂ ਨਹੀਂ। ਜੇ ਗੁਰੂ ਤੋਂ ਬਿਨਾ ਹੋ ਗਿਆ ਤੇ ਬਾਬੇ ਨੇ ਲਿਖਿਆ, ਨਿਤ ਝੂਠੋ ਝੂਠ ਬੋਲੇਨ, ਨਿਤ ਝੂਠ ਬੋਲੇਗਾ ਤੇ ਨਿਤ ਝੂਠ ਬੋਲੇ ਜਾ ਰਹੇ, ਨਿਤ ਫਰੇਬ ਤੋਲੇ ਜਾ ਰਹੇ, ਮਾਣ ਸਨਮਾਨ ਦਿੱਤਾ ਜਾ ਰਿਹਾ ਭੈੜੇ ਬੰਦਿਆਂ ਨੂੰ ਤੇ ਚੰਗੇ ਬੰਦੇ ਦੁਰਕਾਰੇ ਜਾ ਰਹੇ। ਜਿਹੜਾ ਜਿੰਨਾ ਚੰਗਾ ਬੰਦਾ ਹੈ ਉਨਾ ਹੀ ਗੱਲਾਂ ਵੱਧ ਸੁਣਨੀਆਂ ਪੈਂਦੀਆਂ ਨੇ, ਤੇ ਭੈੜੇ ਬੰਦਿਆਂ ਨੂੰ ਉਨਾ ਹੀ। ਤੁਸੀਂ ਪੰਜਾਬ ਦਾ ਇਤਿਹਾਸ 1984 ਤੋਂ ਬਾਅਦ ਦਾ ਫਰੋਲ ਕੇ ਤਾਂ ਵੇਖੋ ਧਿਆਨ ਨਾਲ, ਕਿਉਂ ਹੋਇਆ 1984 ਤੋਂ ਬਾਅਦ ਪੰਜਾਬ ਦੇ ਪੱਤਰੇ ਫਰੋਲ ਕੇ ਵੇਖਿਓ ਧਿਆਨ ਨਾਲ। ਚੰਗੇ ਬੰਦੇ ਦੁਰਕਾਰੇ ਗਏ ਨੇ, ਮਾੜੇ ਬੰਦੇ ਸਤਕਾਰੇ ਗਏ ਨੇ। ਇਸੇ ਕਰਕੇ ਪੰਜਾਬ ਦੀ ਹਾਲਤ ਅੱਜ ਇਹ ਹੈ। ਬਸ ਠੀਕ ਹੈ, ਚੱਲੀ ਜਾਂਦਾ। ਬਾਬੇ ਨੇ ਕੀ ਕਿਹਾ ਸੀ? 9 ਸਾਲ ਦੀ ਉਮਰ 'ਚ ਬਾਬੇ ਨੂੰ ਜਦੋਂ ਜਨੇਊ ਪਾਉਣ ਲੱਗੇ ਤੇ ਜਦੋਂ ਹੱਥ ਫੜ ਲਿਆ ਤਾਂ ਸਾਰੇ ਲੋਕ ਇਕੱਠੇ ਹੋ ਗਏ, ਜਨੇਊ ਪਾਉਣ ਵਾਸਤੇ ਆ ਗਏ। ਬਾਬੇ ਨੂੰ ਪਾਉਣ ਲੱਗੇ ਜਨੇਊ, ਮੇਰੇ ਬਾਬੇ ਨੇ ਪੁੱਛਿਆ ਕਿਉਂ ਪਾਉਣਾ ਜਨੇਊ? ਕਹਿੰਦੇ ਇਹਦੇ ਨਾਲ ਬੰਦਾ ਪਵਿੱਤਰ ਹੁੰਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਅੱਛਾ ਫਿਰ ਮੇਰੀ ਮਾਤਾ ਨੂੰ ਪਾ ਦਿਓ ਨਾ। ਕਹਿੰਦੇ ਨਹੀਂ, ਮਾਤਾ ਨਹੀਂ ਪਾ ਸਕਦੀ। ਕਹਿੰਦੇ ਮੇਰੀ ਭੈਣ ਨੂੰ ਪਾ ਦਿਓ। ਕਹਿੰਦੇ ਭੈਣ ਵੀ ਨਹੀਂ ਪਾ ਸਕਦੀ। ਕਹਿੰਦੇ ਹੱਦ ਹੈ, ਮੇਰੇ ਤੋਂ 5 ਸਾਲ ਪਹਿਲਾਂ ਜੰਮੀ ਹੈ, ਮੈਨੂੰ ਜਨਮ ਦਿੱਤਾ, ਉਹ ਨਹੀਂ ਪਵਿੱਤਰ ਹੋ ਸਕਦੀਆਂ। ਇਹ ਧਾਗਾ ਮੈਨੂੰ ਪਵਿੱਤਰ ਕਰੇਗਾ। ਪੰਡਤ ਜੀ ਇਹ ਧਾਗਾ ਮੈਂ ਕਦਾਚਿਤ ਪਾਉਣ ਵਾਸਤੇ ਪ੍ਰਵਾਨ ਮੈਨੂੰ ਨਹੀਂ, ਮੈਂ ਤਿਆਰ ਨਹੀਂ। ਜਿਹੜਾ ਮੇਰੇ ਪਰਿਵਾਰ ਵਿੱਚ 2 ਹਿੱਸਿਆਂ 'ਚ ਸਾਨੂੰ ਵੰਡ ਜਾਏ, ਜੇ ਪਾਉਣਾ ਹੈ ਧਾਗਾ ਤੇ ਮੇਰੀ ਭੈਣ ਮੇਰੀ ਮਾਤਾ ਨੂੰ ਵੀ ਪਾ ਦਿਓ। ਉਸ ਵੇਲੇ ਤੱਕ ਔਰਤ ਨੂੰ ਧਰਮ ਦੇ ਨਾਲ ਜੋੜਨਾ ਤੇ ਕੀ ਔਰਤ ਤਾਂ ਧਰਮ ਦਾ ਨਾਮ ਹੀ ਨਹੀਂ ਸੀ ਲੈ ਸਕਦੀ। ਇਹ ਪਹਿਲਾ ਕ੍ਰਾਂਤੀਕਾਰੀ ਕਦਮ ਸੀ ਜਿੱਦਣ ਰਾਏ ਭੋਏ ਦੀ ਤਲਵੰਡੀ ਤੇ ਮੇਰੇ ਬਾਬੇ ਨੇ 9 ਸਾਲ ਦੀ ਉਮਰ ਵਿੱਚ ਕਦਮ ਪੁੱਟਿਆ ਸੀ। ਉਸ ਵੇਲੇ ਜਨੇਊ ਪਾਉਣ ਵਾਲੇ ਦਾ ਗੁੱਟ ਫੜ ਕੇ ਬੜਿਆਂ ਲੋਕਾਂ ਨੇ ਕਿਹਾ ਹੋਣਾ, ਬਾਬਾ ਇਦਾਂ ਕਿਉਂ ਤੋਹੀਨ ਕਰਦਾ ਹੈ ਕਿਸੇ ਦੀ? ਇਹਦੀ ਸਾਰੀ ਉਮਰ ਲੰਘ ਗਈ ਹੈ ਜਨੇਊ ਪਾਉਂਦਿਆਂ ਦੀ, ਤੂੰ 9 ਸਾਲ ਤੇਰੀ ਉਮਰ ਹੈ ਤਾਂ ਤੂੰ ਇਹਨੂੰ ਚੈਲੰਜ ਕਰੀ ਜਾਂਦਾ। ਤੇ ਬਾਬੇ ਨੇ ਕਿਹਾ ਮੈਂ ਚੈਲੰਜ ਨਹੀਂ ਕੀਤਾ, ਮੈਂ ਇਹਨੂੰ ਇਹ ਕਿਹਾ ਪਾ ਦੇ, ਪਰ ਪਾ ਉਹ ਜਿਹਦੇ 'ਚ ਦਇਆ ਹੋਵੇ, ਜਿਹਦੇ 'ਚ ਜਤ ਸਤ ਹੋਵੇ, ਜਿਹਦਾ ਕਿਰਦਾਰ ਉੱਚਾ ਹੋਵੇ। ਦਇਆ ਕਪਾਸ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ ਪਾ ਦੇ ਮੈਨੂੰ। ਮੈਂ ਤਾਂ ਆਪ ਤਿਆਰ ਹਾਂ ਜਨੇਊ ਪਾਉਣ ਵਾਸਤੇ। ਮੈਂ ਇਹ ਕਿੱਥੇ ਕਿਹਾ ਨਹੀਂ ਪਾਉਣਾ, ਪਰ ਇਹ ਕਹਿੰਦਾ ਵੀ ਭੈਣ ਨਹੀਂ ਪਾ ਸਕਦੀ, ਭਰਾ ਪਾ ਸਕਦਾ। ਤੇ ਪੰਡਤ ਜੀ ਯਾਦ ਰੱਖਿਓ, ਜੇ ਤੁਹਾਡਾ ਇਹ ਧਾਗਾ ਸਾਡੇ 2 ਪਰਿਵਾਰਾਂ ਦੇ ਜੀਆਂ ਨੂੰ ਅਲੱਗ-ਅਲੱਗ ਦਿਸ਼ਾ 'ਚ ਵੰਡਦਾ ਤੇ ਨਾ ਮੈਂ ਪਾਉਣਾ ਹੈ ਤੇ ਨਾ ਅੱਜ ਤੋਂ ਬਾਅਦ ਇਹ ਕਿਸੇ ਨੂੰ ਪਾਉਣ ਦੇਣਾ। ਨੀਂਦ ਉੱਡ ਗਈ ਹੋਣੀ ਹੈ ਉਸ ਦਿਨ ਉਸ ਪੰਡਤ ਵੀਰ ਦੀ, ਪੰਡਤ ਹਰਦਿਆਲ ਦੀ, ਵੀ ਇਹ ਗੱਲ ਠੀਕ ਨਹੀਂ ਹੈ। 9 ਸਾਲ ਦਾ ਬੱਚਾ ਜਿਹਨੇ ਅੱਜ ਇੰਨੀ ਜੁਰਤ ਕੀਤੀ ਔਰ ਇੰਨੀ ਭਰੀ ਸਭਾ 'ਚ ਕੀਤੀ ਹੈ, ਇਹ ਗੱਲ ਰੁਕਣੀ ਥੋੜੀ ਹੈ। ਇੱਥੇ ਅੱਗੇ ਦੀ ਅੱਗੇ ਤਾਂ ਚੱਲਣੀ ਹੈ ਔਰ ਚੱਲੀ। ਫਿਰ ਹੌਲੀ ਹੌਲੀ ਇਹ ਰਬਾਬ 'ਚੋਂ ਨਿਕਲੀ ਬਾਣੀ ਦੇ ਬੋਲ, ਰਬਾਬ 'ਚ ਨਿਕਲੇ ਬਾਣੀ ਦੇ ਸ਼ਬਦ ਤਤੀ ਤਵੀ ਤੱਕ ਪਹੁੰਚੇ। ਪੰਚਮ ਪਾਤਸ਼ਾਹ ਗੁਰੂ ਨਾਨਕ ਦਾ 5ਵਾਂ ਸਰੂਪ ਤਤੀ ਤਵੀ ਤੇ ਬਿਠਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ 5ਵਾਂ ਸਰੂਪ ਤਤੀ ਤਵੀ ਤੇ ਬਿਠਾਇਆ।
ਜਿਹੜਾ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲਾ, ਜਿਹੜਾ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਵਾਲਾ, ਜਿਹੜਾ ਮਨੁੱਖਤਾ ਦੇ ਅੰਦਰ ਰੱਬ ਦੱਸਣ ਵਾਲਾ, ਉਹਨੂੰ ਕਿਹਾ ਤੂੰ ਨਹੀਂ ਇਹ ਗੱਲ ਕਰ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਰਾਂਗਾ। ਖੈਰ ਸਮਾਂ ਨਹੀਂ ਬਹੁਤਾ, ਗੌਰ ਕਰੋ ਗੁਰੂ ਕੇ ਪਿਆਰ ਵਾਲਿਓ, ਧਿਆਨ ਦਿਓ ਇਹਨਾਂ ਗੱਲਾਂ ਤੇ। ਆਓ ਬਣਾਈਏ ਘਰ ਘਰ ਅੰਦਰ ਧਰਮਸ਼ਾਲ। ਸੱਚ ਲਿਖਿਆ ਹੈ ਬਾਣੀ ਦੇ ਅੰਦਰ। ਜਪਜੀ ਸਾਹਿਬ ਰੋਜ਼ ਪੜ੍ਹਦੇ ਹੋ ਤੇ ਜਪਜੀ ਸਾਹਿਬ ਪੜ੍ਹ ਕੇ ਰੋਜ਼ ਹੀ ਕਹਿੰਦੇ ਆ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਤੇ ਗੁਰੂ ਸਾਹਿਬ ਰੋਜ਼ ਹੀ ਤੇ ਸਾਨੂੰ ਸਵੇਰੇ ਕਹਿੰਦੇ ਆ, ਭਰਾ ਆਪਣੇ ਕੰਮਾਂ ਨਾਲ ਹੀ ਤੂੰ ਨੇੜੇ ਹੋਣਾ ਤੇ ਆਪਣੇ ਕੰਮਾਂ ਨਾਲ ਹੀ ਤੂੰ ਦੂਰ ਹੋਣਾ। ਅਸੀਂ ਕਹਿੰਦੇ ਰੱਬ ਨੇ ਸਾਨੂੰ ਨੇੜੇ ਨਹੀਂ ਕੀਤਾ, ਹੋਰ ਕਿਵੇਂ ਸਮਝਾਇਆ ਜਾਏ? ਰੋਜ਼ ਸਵੇਰੇ ਜਪਜੀ ਸਾਹਿਬ ਦੀ ਸਮਾਪਤੀ ਵੇਲੇ ਮਹਾਰਾਜ ਕਹਿੰਦੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕੋਈ ਆਪਣੇ ਕੰਮਾਂ ਕਰਕੇ ਗੁਰੂ ਦੇ ਲਾਗੇ ਹੋ ਜਾਂਦਾ, ਕੋਈ ਆਪਣੇ ਕੰਮਾਂ ਕਰਕੇ ਗੁਰੂ ਤੋਂ ਦੂਰ ਹੋ ਜਾਂਦਾ। ਰੱਬ ਨਹੀਂ ਕਿਸੇ ਨੂੰ ਨੇੜੇ ਤੇ ਦੂਰ ਕਰਦਾ, ਅਸੀਂ ਆਪਣੇ ਕੰਮਾਂ ਕਰਕੇ ਨੇੜੇ ਤੇ ਦੂਰ ਹੋਣਾ ਹੈ। ਤੇ ਆਓ ਫਿਰ ਉਹ ਕੰਮ ਕਰੀਏ ਜਿਹਦੇ ਨਾਲ ਅਸੀਂ ਗੁਰੂ ਸਾਹਿਬ ਜੀ ਦੇ ਲਾਗੇ ਹੋਈਏ। ਤੇ ਉਹ ਹੋ ਸਕਦਾ ਅਸੀਂ ਪੜ੍ਹਦੇ ਤੇ ਰੋਜ਼ ਹੀ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਪਰ ਨਹੀਂ ਕਰਨਾ ਚਾਹੁੰਦੇ ਭਲਾ ਕਿਸੇ ਦਾ। ਲੱਗਦੀ ਵਾਹ ਕਿਸੇ ਦਾ ਭਲਾ ਹੁੰਦਾ ਹੋਵੇ, ਆਪਾਂ ਤੇ ਹੋਣ ਨਹੀਂ ਦਿੰਦੇ। ਆਪਾਂ ਤੇ ਅੜ ਜਾਂਦੇ ਆ ਵੀ ਇਹਦਾ ਭਲਾ ਕਿਵੇਂ ਹੋਏਗਾ ਭਲਾ। ਅਸੀਂ ਬਹੁਤ ਮਹਾਨ ਸੋਚ ਦੇ ਮਾਲਕ ਬਣਾਇਆ ਸੀ ਮੇਰੇ ਬਾਪੂ ਨੇ ਸਾਨੂੰ, ਅਸੀਂ ਬਹੁਤ ਨਿੱਕੀ ਸੋਚ ਦੇ ਮਾਲਕ ਬਣ ਗਏ। ਸਾਡੇ ਵਿੱਚ ਨਹੀਂ ਰਹੀ ਉਹ ਕੁਆਲਿਟੀ। ਤੇ ਮੈਂ ਸ਼ੁਰੂ ਵਿੱਚ ਕਿਹਾ ਸੀ, ਜੇ ਤੁਹਾਡਾ ਸੁਭਾਅ ਨਹੀਂ ਗੁਰੂ ਵਾਲਾ ਬਣਿਆ ਤੇ ਫਿਰ ਗਲ 'ਚ ਪਾਏ ਸ੍ਰੀ ਸਾਹਿਬ ਨੇ ਵੀ ਤੁਹਾਨੂੰ ਗੁਰੂ ਵਾਲਾ ਨਹੀਂ ਬਣਾਉਣਾ। ਮਤਾ ਸੋਚਿਓ ਕੋਈ ਕਿਰਪਾਨ ਪਾ ਕੇ ਗੁਰੂ ਵਾਲਾ ਬਣ ਜਾਂਦਾ, ਮਤਾ ਸੋਚਿਓ ਕੋਈ ਗੁਰਦੁਆਰੇ ਆ ਕੇ ਗੁਰੂ ਵਾਲਾ ਬਣ ਜਾਂਦਾ, ਮਤਾ ਸੋਚਿਓ ਕੋਈ ਗੁਰਬਾਣੀ ਪੜ੍ਹ ਕੇ ਗੁਰੂ ਵਾਲਾ ਬਣ ਜਾਂਦਾ। ਜਿੱਦਣ ਗੁਰੂ ਵਾਲਾ ਸੁਭਾਅ ਬਣੇਗਾ ਨਾ ਸਾਡਾ, ਅਸੀਂ ਉਦਣ ਗੁਰੂ ਵਾਲੇ ਬਣਾਂਗੇ। ਤੇ ਗੁਰੂ ਦਾ ਸੁਭਾਅ ਕਿੱਦਾਂ ਦਾ ਸੀ? ਗੁਰੂ ਦਾ ਸੁਭਾਅ, ਭਾਈ ਲਹਿਣੇ ਨੂੰ ਆਪਣਾ ਪੁੱਤ ਬਣਾ ਲਿਆ, ਸ੍ਰੀ ਚੰਦ ਨੂੰ ਕਿਹਾ ਤੇਰੇ 'ਚ ਨਹੀਂ ਭਾਈ ਕੁਆਲਿਟੀ ਹੈਗੀ, ਤੂੰ ਆਪਣਾ ਰਾਹ ਵੇਖ। ਇਹ ਲਿਆਓਗੇ ਗੁਣ ਅੱਜ? ਕਦੀ ਵੀ ਨਹੀਂ, ਸਵਾਲ ਹੀ ਪੈਦਾ ਨਹੀਂ ਹੁੰਦਾ। ਲੀਡਰ ਜਿੰਨਾ ਮਰਜ਼ੀ ਘਟੀਆ ਹੋਵੇ, ਉਹਦਾ ਜਵਾਕ ਜਿੰਨਾ ਮਰਜ਼ੀ ਘਟੀਆ ਹੋਵੇ, ਉਹਨੇ ਗੱਦੀ ਤੇ ਬਹਿਣਾ ਹੀ ਬਹਿਣਾ। ਅਗਲਾ ਕਹਿੰਦਾ ਵੀ ਜੇ ਮੇਰੇ ਬੱਚੇ 'ਚ ਕੁਆਲਿਟੀ ਨਹੀਂ ਹੈ ਤੇ ਪਿੰਡ ਦਾ ਹੋਰ ਮੇਰੇ ਬੱਚਾ ਇੰਟੈਲੀਜੈਂਟ ਹੈਗਾ, ਮਹਾਨ ਹੈ, ਚੰਗਾ ਹੈ, ਮੈਂ ਇਹਨੂੰ ਅੱਗੇ ਲੈ ਆਉਣਾ। ਗੱਲ ਤਾਂ ਪਿੰਡ ਨੂੰ ਅੱਗੇ ਖੜਨ ਹੈ, ਕਿਉਂਕਿ ਸੁਭਾਅ ਨਹੀਂ ਹੈ ਸਾਡਾ। ਸਾਡੇ ਸੁਭਾਅ ਵਿੱਚ ਨਹੀਂ ਇਹ ਗੱਲਾਂ। ਬਸ ਠੀਕ ਹੈ, ਹਰ ਸਾਲ ਅਸੀਂ ਯਾਦ ਕਰ ਲੈਂਦੇ ਹਾਂ, ਕੀਰਤਨ ਹੋ ਜਾਂਦਾ ਹੈ, ਕਥਾ ਹੋ ਜਾਂਦੀ ਹੈ, ਅਖੰਡ ਪਾਠ ਰੱਖ ਲੈਂਦੇ ਹਾਂ, ਗਰਾਈ ਕਰ ਲੈਂਦੇ ਹਾਂ, ਪੈਸੇ ਦੇ ਜਾਂਦੇ ਹਾਂ, ਪੈਸੇ ਲੈ ਲੈਂਦੇ ਹਾਂ, ਲੰਗਰ ਲਾ ਲੈਂਦੇ ਹਾਂ, ਪ੍ਰਸ਼ਾਦਾ ਛਕ ਕੇ ਘਰੋਂ ਘਰੀ ਚਲੇ ਜਾਂਦੇ ਹਾਂ। ਬਹੁਤੀ ਗੱਲ ਹੈ, ਡੋਲੂਆਂ 'ਚ ਪਾ ਕੇ ਆਪਣਾ ਆਪਣਾ ਪ੍ਰਸ਼ਾਦਾ ਹੋ ਸਕਦਾ ਇੱਕ ਅੱਧੇ ਫਲ ਦਾ ਨਾਲ ਘਰ ਲੈ ਜਾਂਗੇ। ਇਹਦੇ ਤੋਂ ਬਾਅਦ ਗੁਰੂ ਦੀ ਗੱਲ ਕਿਹਨੇ ਘਰ ਖੜਨੀ? ਕਿ ਅਸੀਂ ਆਪਣੇ ਘਰ ਇਹ ਪ੍ਰਬੰਧ ਨਹੀਂ ਕਰ ਸਕਦੇ ਹਾਂ, ਪਰ ਆ ਜਿਹੜੀ ਗੁਰੂ ਵਾਲੀ ਗੱਲ, ਇਹਨੂੰ ਖੜੀਏ ਘਰ ਆਪਣੇ, ਬਰਾਬਰ ਬਣਾਈਏ ਘਰ ਆਪਾਂ, ਮਾਹੌਲ ਇੱਕੋ ਜਿਹਾ ਸਿਰਜੀਏ ਘਰ ਵਿੱਚ, ਧੀਆਂ ਤੇ ਪੁੱਤਾਂ 'ਚ ਇੱਕੋ ਜਿਹਾ ਪਿਆਰ ਕਰੀਏ। ਧੀ ਦੀ ਤਕਲੀਫ ਲੱਗਦੀ ਹੈ, ਨੌਂ ਦੀ ਤਕਲੀਫ ਨਹੀਂ ਲੱਗਦੀ। ਮਾਂ ਦੀ ਤਕਲੀਫ ਲੱਗਦੀ ਹੈ, ਸੱਸ ਦੀ ਤਕਲੀਫ ਨਹੀਂ ਲੱਗਦੀ, ਕਿਉਂਕਿ ਫਰਕ ਹੈ ਸਾਡੇ ਸੁਭਾਅ ਵਿੱਚ। ਜਿੱਦਣ ਧੀ ਦੁਖੀ ਹੁੰਦੀ ਹੈ ਤੇ ਮਾਂ ਸਾਰੀ ਰਾਤ ਨਹੀਂ ਸੌਂਦੀ, ਪਰ ਜਿੱਦਣ ਨੌਂ ਦੁਖੀ ਹੁੰਦੀ ਹੈ ਉਦਣ ਨਹੀਂ ਸੱਸ ਨੂੰ ਕੁਝ ਵੀ ਹੁੰਦਾ। ਉਹ ਕਹਿੰਦੀ ਚੰਗੀ ਗੱਲ ਹੈ, ਖੇਖਣ ਕਰਦੀ ਹੈ, ਡਰਾਮੇ ਕਰਦੀ ਹੈ। ਧੀ ਨਹੀਂ ਨਾ ਲੱਗਦੀ ਡਰਾਮੇ ਕਰਦੀ, ਕਿਉਂਕਿ ਉਹਦੇ ਨਾਲ ਨਾੜ ਸਾਂਝੀ ਹੈ, ਉਹ ਆਪਣੀ ਹੈ, ਇਹ ਕਿਸੇ ਦੂਜੇ ਦੀ ਲਿਆਂਦੀ ਹੈ। ਇਹਦੀ ਜਿਹਦੇ ਨਾਲ ਨਾੜ ਸਾਂਝੀ ਹੋਏਗੀ ਉਹਨੇ ਰਾਤ ਰੋਟੀ ਨਹੀਂ ਖਾਧੀ ਹੋਣੀ। ਮਾਂ ਨਾਲ ਧੀ ਗੱਲ ਕਰੇ ਤੇ ਮਾਂ ਮਾੜਾ ਜਿਹਾ ਫੋਨ ਤੇ ਕਿਤੇ ਹੌਕਾ ਲੈ ਜਾਏ ਤੇ ਧੀਆਂ ਰੋਟੀ ਛੱਡ ਦਿੰਦੀਆਂ ਨੇ, ਪਰ ਜੇ ਸੱਸ ਰੋਟੀ ਛੱਡ ਦੇ ਤੇ ਨੌਂ ਕਹਿੰਦੀ ਹੈ ਖੇਖਣ ਕਰਦੀ ਹੈ ਮੇਰੀ ਮਾਈ।
क्योंकि फर्क है सुभाव विच। जिन्ना चेर सुभाव नहीं बदलोगे, जिन्ना चेर सुभाव ते काम नहीं करांगे, असीं सुभाव सीखी है, कपड़े थोड़ी सीखी है, गुरुद्वारे आना थोड़ी सीखी है। शब्द पढ़ लियो, मेरे ते यकीन नहीं करना। बाबे ने बाणी च लिखिया, महाराज सच्चे पातशाह कहते सतगुर की प्रतीत ना आई आ, तेनू गुरु ते यकीन नहीं आया, सुभाव तो गुरु वाला नहीं बनाया। सतगुर की प्रतीत ना आई आ, शब्द ना लागो भाओ, शब्द नाल तेरा प्यार नहीं बनिया, शब्द विचियां गल्लां को ध्यान नाल नहीं सुनिया, उसनू सुख ना उपजै भावें 100 गेड़ा आओ जाओ। असीं तो 2 बार मत्था टेक के कहने महाराज कर दी काम मेरे निबेड़ दी हुण, मत्था टेकिया तैनू, ते जिन्हों मत्था टेकिया ना वो कहता 100 गेड़ा आओ जाओ। तू 2 बार 4 बार नहीं 100 बार टेक ला मत्था, जे यकीन नहीं ना आया तैनू तेरे मत्थे नाल कोई फर्क नहीं पैंदा। मैं नहीं जे कहंदा, मेरे नहीं ये बोल, ये उस बापू दे बोल ने जेड़े मैं तां कहा सी अखंड पाठ शुरू हो जाता है, जपजी साहब दीयां पहलियां 5 पौड़ियां सुनदे आ ते तेग बहादुर पातशाह जी दे श्लोक मैं बड़ी बार कहना ना भी सुनदे थोड़ियां। सानू किसी नू पता भी 57 श्लोकां च गुरु साहब जी ने की किया, ਜਾਂ 57 श्लोकां चो एक भी श्लोक का पता हो भी आह श्लोक है महाराज ने आह किया उहदे च ना, सानू तो पता ही नहीं है। साडा रूटीन इदां दा है, साडा एक रिवाज रीत इदां दी है। असीं कहने जदों 2 बाबे बह जाण ते गुरुद्वारे इस तरह की ट्यून जी आउण लग जाए, गुण गोबिंद गायो नहीं जन्म अकारथ की ना, असीं हिसाब ला लेने भी हुण भोग अंदाजा ही है ना साडा, फिर सुनदा कौन है? ये भी छड़ दो, औखा है। अरदास सारिया ने हथ जोड़ के खलोना है, आपां ने अरदास कीती भी है, अरदास विच सैकड़े वार खड़े होए आ, अरदास विच इन्ना ही चेता रखते हैं भी अरदास करने वाले ने जदों कहा ना बोलो जी, उदों असीं उच्ची सारी की कहना वाहिगुरू, बस जदों उन्हें कहना ना कमाई का ध्यान करके बोलो जी, आप उच्ची सारी कह देना वाहिगुरू। सानू नहीं पता भी अरदास च की कह रहा हो भाई, अरदास च कह रहे जिन्ना सिंघां सिंघणियां ने धर्म हेत सीस दिते, बंद बंद कटाए खोपड़ियां लुहाइयां, जिन्ना सिंघां सिंघणियां नाल ही शब्द है, धर्म हेत सीस दिते, धर्म लई सिर ला दिते अपने। जे सानू सारा पिंड एक कर लई, सारे पिंड च नफरत मुकाउण लई, सारे पिंड च सांझी वालता लियाउण लई सिर भी देना पै जाए तो सौदा सस्ता है। सिर दिते ने तुहाडे लागे ही घल्लूघारा, कौम बहुत घल्लूघारियां च निकली है, ते तुहाडे बिल्कुल नाल है घल्लूघारा जिन्हों असी इतिहास दे विच वड्डा घल्लूघारा कहिए। एक निक्का घल्लूघारा है जिहड़ा माझे दे इलाके विच गुरदासपुर जिले च वापरे, कानूवाल दी छंभ विच। एक वड्डा घल्लूघारा है जिहड़ा बिल्कुल तुहाडे लागे है, जिहड़ा कोपरहीड़े दे मैदान विच वापरिया। और वेखो उस 30,000 सिख सिखणियां बच्चियां धीआं पुत्तां दे कोलों इक्को ही गल अबदाली दी वो फौज वो सेना मनाउणी चाहुंदी है, एक बार कह दो असीं सिख नहीं। किड्डा औखा काम है। पर तुसीं हैरानगी वेखो, वक्त ही मेरे को इस घल्लूघारे की डिटेल च जाइए, आप इस घल्लूघारे नूं पढ़ के वेखियो ध्यान नाल। जेड़े गड्डियां ते सिख ने उन्हां कोल साधन कोई भी नहीं, ते जेड़ा इन्हां नूं मुकाउणा चाहुंदा है वो लाहो लश्कर नाल लैस है, पर पानी दा घुट अबदाली दीआं फौजां नूं इन्हां सिखां ने पीण नहीं दिता। अगे अगे तुरे रहिंदे ने, जदों मौका मिलदा है अबदाली दीआं फौजां ते टुट के पै जांदे। ते इस घल्लूघारे तो बाद अबदाली ओदियां फौजां
ਸਿੱਖਾਂ ਦੇ ਨਾਮਾਂ ਤੋਂ ਤਰਵਕਣ ਲੱਗ ਪਈਆਂ ਸੀ। ਦਹਿਸ਼ਤ ਪੈਦਾ ਹੋ ਗਈ ਸੀ ਉਹਨਾਂ ਦੇ ਅੰਦਰ ਵੀ ਇਹਨਾਂ ਨੂੰ ਕੋਈ ਦੁਨੀਆ ਦੀ ਤਾਕਤ ਮੁਕਾ ਨਹੀਂ ਸਕਦੀ। ਕਿਉਂ ਭਲਾ? ਕਿਉਂਕਿ ਆ ਬੋਲ ਬੜੇ ਧਿਆਨ ਨਾਲ ਪੜ੍ਹਦੇ ਸੀ ਉਹ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਪਰ ਇੱਕੋ ਹੀ ਚੀਜ਼ ਉਹਨਾਂ ਪੱਲੇ ਬੰਨ ਕੇ ਰੱਖੀ, ਧਰਮ ਨਹੀਂ ਹਾਰਿਆ। ਤੇ ਧਰਮ ਤੁਹਾਡਾ ਕੀ ਇਰਾਦਾ? ਕੋਈ ਕੱਪੜਾ ਹੁੰਦਾ ਹੈ ਵੀ ਧਰਮ ਨਹੀਂ ਉਹਨਾਂ ਨੇ ਤਿਆਗਿਆ? ਉਹਨਾਂ ਨੇ ਈਮਾਨ ਨਹੀਂ ਛੱਡਿਆ, ਉਹਨਾਂ ਕਿਰਦਾਰ ਨਹੀਂ ਡਿੱਗਣ ਦਿੱਤੇ ਆਪਣੇ, ਉਹਨਾਂ ਕਰੈਕਟਰ ਨਹੀਂ ਨੀਵਾਂ ਹੋਣ ਦਿੱਤਾ। ਸਿੱਖੀ ਕਿਰਦਾਰ ਨੂੰ ਕਹਿੰਦੇ ਨੇ। ਅਸੀਂ ਸਿਰ ਤੇ ਪੱਗ ਨਹੀਂ ਬੰਨਦੇ, ਇਹ ਪੂਰੇ ਪੰਜਾਬ ਦਾ ਨਕਸ਼ਾ ਬੰਨਦੇ ਆ ਸਿਰ ਤੇ। ਇਹ 550 ਸਾਲ ਦਾ ਇਤਿਹਾਸ ਹੈ, ਅਸੀਂ ਸਿਰ ਤੇ ਬੰਨਦੇ। ਪੱਗ ਬੰਨਣ ਵਾਲਿਓ, ਇਸ ਪੱਗ ਦੇ ਵਿੱਚ 550 ਸਾਲ ਦਾ ਇਤਿਹਾਸ ਹੈ। ਜੇ ਇਸ ਪੱਗ ਨੂੰ ਕਿਸੇ ਨੇ ਗੱਲ ਕਰਨੀ ਹੈ ਤੇ ਇਹਦਾ ਮਤਲਬ ਉਹਨੇ 550 ਸਾਲ ਦੇ ਇਤਿਹਾਸ ਨੂੰ ਗੱਲ ਕਰਨੀ ਹੈ। ਚਿੱਤੇ ਰੱਖੋ। ਪਰ ਦਿਲ ਹੱਛੇ ਮੁਖ ਲੈ ਹੋਣੇ, ਦਿਲੋਂ ਠੀਕ ਹੋ ਜਾਓ, ਦਿਲੋਂ ਠੀਕ ਹੋਈਏ। ਕੱਪੜਿਆਂ ਕੁਪੜਿਆਂ ਦੀ ਕੋਈ ਐਡੀ ਗੱਲ ਨਹੀਂ ਹੁੰਦੀ। ਮਹਾਰਾਜਾ ਰਣਜੀਤ ਸਿੰਘ ਅੱਖੋਂ ਕਾਣਾ ਸੀ, ਪਰ ਨਿਗਾਹ ਨਹੀਂ ਸੀ ਕਾਣੀ ਉਹਦੀ। ਅੱਖੋਂ ਕਾਣਾ ਸੀ ਉਹ, ਪਰ ਨਿਗਾਹ ਨਹੀਂ ਸੀ ਕਾਣੀ ਉਹਦੀ। ਅਸੀਂ ਅੱਖੋਂ ਸਜਾਖੇ ਹਾਂ, ਪਰ ਸਾਡੀ ਨਿਗਾਹ ਕਾਣੀ ਹੈ। ਅਸੀਂ ਕਾਣੇ ਆ ਸਾਰੇ। ਉਹ ਅੱਖੋਂ ਕਾਣਾ ਸੀ, ਨਿਗਾਹ ਇੱਕ ਨਾਲ ਵੇਂਦਾ ਸੀ ਸਾਰਿਆਂ ਨੂੰ। ਸਾਡੇ ਕੋਲ ਅੱਖਾਂ 2 ਨੇ, ਪਰ ਅਸੀਂ ਇੱਕ ਅੱਖ ਨਾਲ ਵੇਂਦੇ ਨਹੀਂ ਸਾਰਿਆਂ ਨੂੰ। ਅਸੀਂ ਕਾਣੇ ਆ। ਇਸੇ ਕਰਕੇ ਸਮਾਜ ਦੀ ਦਸ਼ਾ ਦੁਰਦਸ਼ਾ ਵਿੱਚ ਤਬਦੀਲ ਹੋ ਰਹੀ। ਜਵਾਨੀ, ਸਾਡੀ ਜਵਾਨੀ, ਪੰਜਾਬ ਦੀ ਜਵਾਨੀ ਨੂੰ ਪੰਜਾਬ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ, ਕਿਉਂਕਿ ਪੰਜਾਬ ਹੁਣ ਗੁਰਾਂ ਦਾ ਨਹੀਂ ਰਿਹਾ। ਗੁਰੂ ਕੇ ਪਿਆਰਿਓ, ਵਕਤ ਨਹੀਂ, ਸਮਾਂ ਸਮਾਪਤੀ ਦੇ ਲਾਗੇ ਹੈ। ਨਾਨਕ ਨਾਮ ਖੁਦਾਏ ਕਾ ਦਿਲ ਹੱਛੇ ਮੁਖ ਲੈ। ਦਿਲੋਂ ਪਵਿੱਤਰ ਹੋਈਏ, ਅੰਦਰੋਂ ਸਾਫ਼ ਹੋਈਏ। ਜਿੱਦਾਂ ਦੀ ਇੱਜ਼ਤ ਆਪਣੇ ਪਰਿਵਾਰ ਦੀ ਹੈ, ਉਦਾਂ ਦੀ ਦੂਜੇ ਦੇ ਪਰਿਵਾਰ ਦੀ। ਹਰ ਇੱਕ ਦੀ ਇੱਜ਼ਤ ਕਰੋ। ਅੱਛਾ, ਇੱਜ਼ਤ ਸਭ ਨੂੰ ਪਿਆਰੀ ਹੁੰਦੀ ਹੈ। ਇੱਜ਼ਤ ਹਰ ਬੰਦੇ ਨੂੰ ਪਿਆਰੀ ਹੋ। ਕੋਈ ਗਰੀਬ ਹੋ ਸਕਦਾ, ਪਰ ਇੱਜ਼ਤ ਉਹਦੀ ਵੀ ਮਹਾਨ ਹੈ। ਤੇ ਗੁਰੂ ਨਾਨਕ ਦੇ ਘਰ ਨੇ ਸਿਖਾਇਆ ਹੀ ਹੈ, ਜਿੱਥੇ ਨੀਚ ਸੰਭਾਲੀਏ ਤਿੱਥੇ ਨਦਰ ਤੇਰੀ ਬਖਸ਼ਿਸ਼। ਬਾਬੇ ਨਾਨਕ ਨੇ, ਕਿਸੇ ਨੇ ਪੁੱਛਿਆ ਰੱਬ ਕਿੱਥੇ ਮਿਹਰ ਕਰਦਾ? ਰੱਬ ਕਦੋਂ ਦਿਆਲੂ ਹੁੰਦਾ ਹੈ? ਰੱਬ ਕਦੋਂ ਖੁਸ਼ ਹੁੰਦਾ ਹੈ? ਤੇ ਬਾਬੇ ਨੇ ਬਾਣੀ ਅੰਦਰ ਸ਼ਬਦ ਲਿਖਤੇ ਬਕਾਇਦਾ। ਮਹਾਰਾਜ ਨੇ ਕਿਹਾ, ਜਦੋਂ ਆਪਣੇ ਤੋਂ ਨੀਵੇਂ ਦਾ ਸਤਿਕਾਰ ਕਰਨਾ ਆ ਗਿਆ ਨਾ ਤੈਨੂੰ, ਜਦੋਂ ਆਪਣੇ ਤੋਂ ਨੀਵੇਂ ਨੂੰ ਗਲ ਲਾਉਣਾ ਆ ਗਿਆ, ਤੇ ਸਮਝ ਲਈ ਰੱਬ ਦੀ ਮਿਹਰ ਹੋ ਗਈ ਹੈ। ਹੋਰ ਕੋਈ ਤਰੀਕਾ ਨਹੀਂ ਰੱਬ ਦੀ ਮਿਹਰ ਦੇ ਪਾਤਰ ਬਣਨ ਦਾ। ਕੋਈ ਸੋਚੇ ਵੀ ਮੈਂ ਵੱਧ ਚੜਾਵਾ ਚੜਾ ਕੇ, ਵੱਧ ਮਾਇਆ ਦੇ ਕੇ, ਮੈਂ ਵੱਧ ਨਾਂ ਲੈ ਕੇ, ਮੇਰੇ ਵਰਗਾ ਸੋਚੇ ਮੈਂ ਬਾਣੀ ਦੇ 4 ਸ਼ਬਦ ਯਾਦ ਕਰ ਲਾ, ਰੱਬ ਦੀ ਮੇਰੇ ਤੇ ਮਿਹਰ ਹੋ ਜਾਏਗੀ। ਮੇਰੇ ਬਾਬੇ ਨਾਨਕ ਨੇ ਕਿਹਾ, ਨਹੀਂ ਭਾਈ, ਰੱਬ ਦੀ ਮਿਹਰ ਉਦੋਂ ਹੁੰਦੀ ਹੈ ਜਦੋਂ ਆਪਣੇ ਤੋਂ ਨੀਵੇਂ ਨੂੰ ਗਲ ਲਾਉਣ ਲੱਗ ਪੈਂਦੇ ਹੋ ਤੁਸੀਂ। ਸਾਡੇ ਤੇ ਰਿਸ਼ਤਿਆਂ 'ਚ ਪ੍ਰੋਬਲਮ ਹੈ। ਜਿਹੜਾ ਸਾਡੇ ਨਾਲੋਂ ਅਮੀਰ ਹੁੰਦਾ ਹੈ ਨਾ, ਅਸੀਂ ਉਹਦਾ ਬਹੁਤ ਚਾਅ ਕਰਦੇ ਹਾਂ, ਤੇ ਜਿਹੜਾ ਸਾਡੇ ਨਾਲੋਂ ਥੱਲੇ ਹੁੰਦਾ ਹੈ, ਅਸੀਂ ਉਹਦਾ ਚਾਅ ਕਿੱਥੇ ਕਰਦੇ? ਸਮਾਂ ਨਹੀਂ। ਜੇ ਤੁਸੀਂ ਦੌਲਤ ਦਾ ਚਾਅ ਕਰਨ ਲੱਗ ਜਾਓਗੇ ਤੇ ਸਾਰੀ ਦੁਨੀਆ ਦਾ ਧਿਆਨ ਦੌਲਤ ਕਮਾਉਣ ਵਿੱਚ ਹੋ ਜਾਣਾ। ਫਿਰ ਭਾਵੇਂ ਭਰਾ ਨੂੰ ਭਰਾ ਨਾਲ ਠੱਗੀ ਕਿਉਂ ਨਾ ਮਾਰਨੀ ਪਵੇ। ਜੇ ਤੁਸੀਂ ਬੰਦਿਆਂ ਨਾਲ ਪਿਆਰ ਕਰਨ ਲੱਗ ਜਾਓਗੇ, ਇਨਸਾਨਾਂ ਨਾਲ ਪਿਆਰ ਕਰਨ ਲੱਗ ਜਾਓਗੇ, ਫਿਰ ਇਨਸਾਨ ਮਹਾਨ ਪੈਦਾ ਹੋਣਗੇ। ਫਿਰ ਭਾਵੇਂ ਆਪਣੀ ਭਰਾ ਨੂੰ ਛੱਡਣੀ ਕਿਉਂ ਨਾ ਪੈ ਜਾਏ, ਵੀ ਲੈ ਯਾਰ ਲੈ ਜਾ ਤੂੰ, ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ। ਇਹ ਹੈ, ਜਿੱਥੇ ਨੀਚ ਸੰਭਾਲੀਏ ਤਿੱਥੇ ਨਦਰ ਤੇਰੀ ਬਖਸ਼ਿਸ਼। ਨਾਨਕ ਨਾਮ ਖੁਦਾਏ ਕਾ ਦਿਲ ਹੱਛੇ ਮੁਖ ਲੈ, ਅਵਰ ਦਿਵਾਜੇ ਦੁਨੀ ਕੇ। ਦਿਵਾਜੇ ਕਹਿੰਦੇ ਨੇ ਵਿਖਾਵਾ। ਦਿਲ ਅੱਛੇ ਮੁਖ ਲਏਗਾ ਤੇ ਗੁਰੂ ਨੂੰ ਪ੍ਰਵਾਨ ਹੈ, ਬਾਕੀ ਤੇ ਸਭ ਵਿਖਾਵੇ ਨੇ। ਦੁਨੀ ਕੇ ਝੂਠੇ ਅਮਲ ਕਰੇ, ਜਿਹਦੇ ਤੇ ਤੂੰ ਅਮਲ ਕਰ ਲਿਆ,
ਜਿਨ੍ਹਾਂ ਨੂੰ ਤੂੰ ਅਮਲ ਵਿੱਚ ਲੈ ਆਂਦਾ ਇਹ ਝੂਠੀਆਂ ਗੱਲਾਂ ਨੇ। ਗੁਰੂ ਮਿਹਰ ਕਰੇ ਸਾਨੂੰ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਮਨਾਉਂਦੇ ਆ, ਆਓ ਥੋੜਾ ਜਿੰਨਾ ਕੁ ਯਤਨ ਕਰ ਸਕਦੇ ਆ। ਮੈਂ ਇਹ ਨਹੀਂ ਕਹਿੰਦਾ ਅਸੀਂ ਆਪਣੇ ਆਪ ਤੇ ਗੱਲ ਕਰੀਏ, ਮੈਂ ਹਰ ਬੰਦਾ ਆਪਣੇ ਆਪ ਨੂੰ ਖੋਜੇ, ਆਪਣੇ ਆਪ ਨਾਲ ਉਹ ਗੱਲ ਕਰਨ ਦਾ ਯਤਨ ਕਰੇ। ਅਸੀਂ ਗੁਰੂ ਦੀ ਗੋਦ ਵਿੱਚ ਬਹਿਣਾ ਸਿੱਖੀਏ, ਗੁਰੂ ਬਾਬੇ ਦੀ ਬਾਣੀ ਨਾਲ ਗੱਲਾਂ ਕਰਨੀਆਂ ਸਿੱਖੀਏ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਵਿਚਾਰਧਾਰਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਯਤਨ ਕਰੀਏ। ਔਰ ਇਹ ਗੱਲ ਹੌਲੀ ਹੌਲੀ ਸਿੱਖਦਿਆਂ ਅਸੀਂ ਆਪਣੇ ਨਗਰ ਵਿੱਚ ਪਿਆਰ ਮੁਹੱਬਤ ਨਾਲ ਇੱਕ ਦੂਜੇ ਨਾਲ ਰਹੀਏ, ਜਾਤਾਂ ਪਾਤਾਂ ਦਾ ਵਹਿਮ ਦੂਰ ਕਰੀਏ, ਗੁਰਦੁਆਰੇ ਵੱਡਿਆਂ ਤੇ ਛੋਟਿਆਂ ਦੇ ਨਾਮ ਬਣਾਈਏ। ਹਰ ਗੁਰਦੁਆਰੇ ਜਿੱਥੇ ਵੀ ਮੌਕਾ ਮਿਲਦਾ ਉੱਥੇ ਪਿਆਰ ਨਾਲ ਜਾਇਆ ਕਰੋ, ਸਾਰੇ ਇੱਕੋ ਜਿਹਾ ਮਾਹੌਲ ਸਿਰਜਣ ਦਾ ਯਤਨ ਕਰੀਏ। ਇੱਕ ਦੂਜੇ ਘੱਟੋ ਘੱਟ ਗੁਰਦੁਆਰਿਆਂ ਦੇ ਰਾਹੀਂ ਤੇ ਇੱਕ ਦੂਜੇ ਨਾਲ ਸਾਂਝ ਬਣਾਓ ਨਾ, ਬਾਕੀ ਥਾਵਾਂ ਤੇ ਠੀਕ ਹੈ ਸਾਡਾ ਮਾਹੌਲ ਇਦਾਂ ਦਾ ਨਹੀਂ, ਤੇ ਅਸੀਂ ਉਸ ਸਾਂਝ ਨੂੰ ਤਗੜਿਆਂ ਕਰਕੇ ਆਪਣੇ ਪਰਿਵਾਰ ਗੁਰੂ ਨਾਨਕ ਦੀ ਸਿੱਖੀ ਵਾਲੇ ਸੁਭਾਅ ਵਾਲੇ ਸਿਰਜ ਸਕਦੇ ਹਾਂ। ਆਪ ਸਾਰਿਆਂ ਦਾ ਧੰਨਵਾਦ ਹੈ, ਸ਼ੁਕਰਾਨਾ ਉਸ ਅਕਾਲ ਪੁਰਖ ਵਾਹਿਗੁਰੂ ਦਾ। ਗੁਰੂ ਨਾਨਕ ਸਾਹਿਬ ਜੀ ਮਿਹਰ ਕਰਨ, ਤਿਨਾਂ ਦਾ ਪ੍ਰਕਾਸ਼ ਪੁਰਬ ਮਨਾਉਂਦੇ ਆ ਸਾਨੂੰ ਗੁਰੂ ਸਾਹਿਬ ਜੀ ਨੂੰ ਮਨਾਉਣਾ ਆ ਜਾਏ। ਆਪ ਸਾਰਿਆਂ ਨੂੰ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਏ ਬੈਠਿਆਂ ਨੂੰ ਬਹੁਤ ਬਹੁਤ ਵਧਾਈਆਂ। ਵਧਾਈ ਉਹੀ ਹੁੰਦੀ ਹੈ ਜਦੋਂ ਅਸੀਂ ਗੁਰੂ ਨਾਨਕ ਦੇ ਰਾਹ ਨੂੰ ਹੌਲੀ ਹੌਲੀ ਵਧਣਾ ਹੁੰਦਾ ਹੈ। ਵਧਾਈ ਦਾ ਮਤਲਬ ਹੀ ਵਧਣਾ ਹੁੰਦਾ ਹੈ। ਆਓ ਇੱਕ ਕਦਮ ਗੁਰੂ ਨਾਨਕ ਦੇ ਘਰ ਵੱਲ ਨੂੰ ਵਧਣ ਦਾ ਯਤਨ ਕਰੀਏ। ਆਪ ਸੰਗਤਾਂ ਦਾ ਧੰਨਵਾਦ ਹੈ, ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਦਾ। ਬੋਲ ਕਹਿੰਦੇ ਆ ਕੁਝ ਗਲਤ ਕਿਹਾ ਗਿਆ ਹੋਵੇ ਉਹ ਮੇਰੇ ਸਮਝ ਕੇ ਮਾਫ ਕਰ ਦਿਓ। ਜੇ ਕੋਈ ਬੋਲ ਚੰਗੇ ਲੱਗੇ ਹੋਣ ਉਹ ਮੇਰੇ ਨਹੀਂ, ਸਹਿਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਸਿਧਾਂਤ ਹੈ, ਉਹਨਾਂ ਨੂੰ ਹਿਰਦੇ 'ਚ ਵਸਾ ਲੈਣਾ। ਪ੍ਰਬੰਧਕ ਵੀਰਾਂ ਦਾ ਧੰਨਵਾਦ ਹੈ, ਗੁਰੂ ਸਾਹਿਬ ਜੀ ਦੀ ਸੇਵਾ ਨਿਭਾਉਣ ਵਾਲੇ ਗੁਰੂ ਕੇਵਲ ਜੀ, ਤਿੰਨਾਂ ਦਾ ਧੰਨਵਾਦ। ਗੁਰੂ ਸਾਹਿਬ ਜੀ ਦਾ ਸ਼ੁਕਰਾਨਾ, ਭੁੱਲਾਂ ਨੂੰ ਨਾ ਚਿਤਾਰਦੇ ਹੋਏ ਮਾਲਕ ਦਾ ਸ਼ੁਕਰ ਕਰਦੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।